ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸੰਸਦ ਦੇ ਸਰਦਣ ਦੇ ਉੱਤੇ ਮੱਥਾ ਟੇਕ ਕੇ ਅੰਦਰ ਵੜੇ ਨੇ। ਉਸ ਤੋਂ ਬਾਅਦ ਅੱਜ ਤੱਕ ਇਹਨਾਂ ਨੇ ਮਨ ਕੀ ਬਾਤ ਹੀ ਕੀਤੀ ਆ, ਜਨ ਕੀ ਬਾਤ ਨਹੀਂ ਕੀਤੀ। ਭਾਵੇਂ ਇਸ ਪ੍ਰੋਗਰਾਮ ਨੂੰ ਕਮਾਈ ਨਾਲ ਨਹੀਂ ਜੋੜ ਕੇ ਦੇਖ ਸਕਦੇ, ਪਰ ਕਿਸੇ ਵੀ ਪ੍ਰੋਗਰਾਮ ਦੀ ਪ੍ਰਸਿੱਧੀ ਸਿੱਧੀ ਦਰਸ਼ਕਾਂ ਨਾਲ ਤੇ ਉਸ ਤੋਂ ਹੋਣ ਵਾਲੀ ਕਮਾਈ ਨਾਲ ਦੇਖੀ ਜਾਂਦੀ ਹੈ। ਮਤਲਬ ਮਨ ਕੀ ਨਹੀਂ ਧਨ ਕੀ ਬਾਤ। ਸਰਕਾਰਾਂ ਦਾ ਜਿਹੜਾ ਧਿਆਨ ਆ ਉਹ ਲੋਕਾਂ ਨੂੰ ਰੁਝਾਉਣ ਦੇ ਵਿੱਚ ਆ, ਬਹੁਤ ਸਾਰੀਆਂ ਚੀਜ਼ਾਂ ਤੋਂ ਉਲਝਾਉਣ ਦੇ ਵਿੱਚ ਆ, ਜਿਹੜੀ ਸੱਚਾਈ ਆ ਉਹਨੂੰ ਛੁਪਾਉਣ ਦੇ। ਕਿਸੇ ਲੇਖਕ ਨੇ ਇਹ ਗੱਲ ਲਿਖੀ ਸੀ ਕਿ ਜੇ ਤੁਸੀਂ ਚੰਗਾ ਬਣਨਾ ਚਾਹੁੰਦੇ ਆ ਤੇ ਬਹੁਤ ਸਾਰੇ ਚੰਗੇ ਕੰਮ ਕਰੋ। ਉਹਨਾਂ ਚੰਗੇ ਕੰਮਾਂ ਦਾ ਜੇ ਹੋ ਸਕੇ ਤਾਂ ਰੱਤੀ ਭਰ ਵੀ ਢੰਡੋਰਾ ਨਾ ਪਿੱਟੋ। 1969 ਦੇ ਵਿੱਚ ਇੰਦਰਾ ਗਾਂਧੀ ਨੇ ਸਾਰੀਆਂ ਜਿਹੜੀਆਂ ਪ੍ਰਾਈਵੇਟ ਬੈਂਕਾਂ ਸੀ ਉਹਨਾਂ ਦਾ ਨੈਸ਼ਨਲਾਈਜੇਸ਼ਨ ਕੀਤਾ ਤੇ ਇਹ ਸਰਕਾਰ ਸਾਰੀਆਂ ਬੈਂਕਾਂ ਨੂੰ ਹੁਣ ਫੇਰ ਤੋਂ ਨੈਸ਼ਨਲਾਈਜੇਸ਼ਨ ਤੋਂ ਪ੍ਰਾਈਵੇਟਾਈਜੇਸ਼ਨ ਵੱਲ ਤੋਰ ਰਹੀ ਹੈ। ਕਿ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਨਾ ਤਾਂ ਅੱਕੇ ਨੇ ਤੇ ਨਾ ਥੱਕੇ ਨੇ, ਉਹ ਆਪਣੇ ਹੱਕਾਂ ਲਈ ਖੜੇ ਨੇ ਤੇ ਲੜਨਗੇ ਜਿੰਨੀ ਦੇਰ ਤੱਕ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਨਹੀਂ ਹੁੰਦਾ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲ ਟੋਕੀਓ 올림픽 ਦੀ ਕਰਨੀ ਹੈ। ਮੋਦੀ ਦੇ ਮਨ ਕੀ ਬਾਤ ਤੋਂ ਇਲਾਵਾ ਯੋਗੀ ਤੇ ਮੋਦੀ ਦੀ ਇਸ਼ਤਿਹਾਰਬਾਜ਼ੀ, ਪੈਗਸਸ ਦੇ ਮਾਮਲੇ 'ਚ ਨਵੇਂ ਕੀ ਖੁਲਾਸੇ ਹੋ ਰਹੇ ਨੇ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ 'ਚ। ਸ਼ੁਕਰੀਆ ਪਰਮਿੰਦਰ ਮੈਮ। ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਤੁਸੀਂ ਪੁੱਛਿਆ ਹੀ ਨਹੀਂ ਕਾਹਦੀਆਂ ਮੁਬਾਰਕਾਂ। ਅਸੀਂ ਬਹੁਤ ਦਿਨਾਂ ਬਾਅਦ ਇਕੱਠੇ ਪ੍ਰੋਗਰਾਮ ਕਰ ਰਹੇ ਹਾਂ, ਇਹ ਵੀ ਮੁਬਾਰਕਾਂ ਆ। ਨਹੀਂ ਇਹ ਤਾਂ ਹੈ ਹੀ ਹੈ, ਪਰ ਚਾਨੂ ਨੇ ਚਾਂਦੀ ਜਿੱਤ ਲਈ ਹੈ। ਜੀ ਬਿਲਕੁਲ। ਦੁਨੀਆ ਦਾ ਸਭ ਤੋਂ ਵੱਡਾ ਖੇਡਾਂ ਦਾ ਜਿਹੜਾ ਆਯੋਜਨ ਆ ਉਹ ਕੱਲ ਹੀ ਸ਼ੁਰੂ ਹੋਇਆ ਤੇ ਕੱਲ ਰਾਤ ਨੂੰ ਉਹਦਾ ਜਿਹੜਾ ਸਿਰਫ ਉਦਘਾਟਨੀ ਸਮਾਰੋਹ ਸੀਗਾ। ਉਸ ਤੋਂ ਬਾਅਦ ਪਹਿਲਾ ਦਿਨ ਹੈ ਅੱਜ ਖੇਡਾਂ ਦਾ ਤੇ ਬਹੁਤ ਸਾਰੀਆਂ ਇਵੈਂਟਸ ਜਿਹੜੀਆਂ ਉੱਥੇ ਖੇਡੀਆਂ ਜਾਣੀਆਂ ਤੇ ਭਾਰਤ ਵੱਲੋਂ ਅਸੀਂ ਦੱਸਿਆ ਸੀ ਕੱਲ ਵੀ ਕਿ 130 ਤੋਂ ਜ਼ਿਆਦਾ ਪਲੇਅਰ ਜਿਹੜੇ ਉੱਥੇ ਖਿਡਾਰੀ ਨੇ ਵੱਖ-ਵੱਖ ਖੇਡਾਂ 'ਚ ਭਾਗ ਲੈਣ ਲਈ ਗਏ ਹੋਏ ਨੇ। ਤੇ ਉਹਦੇ ਵਿੱਚ ਅੱਜ ਪਹਿਲੇ ਦਿਨ ਦੇ ਵਿੱਚ ਜਿਹੜੀ ਪ੍ਰਤੀਯੋਗਤਾ ਹੋਈ ਆ ਵੇਟ ਲਿਫਟਿੰਗ ਦੀ, ਉਹਦੇ 'ਚ ਮੀਰਾਬਾਈ ਚਾਨੂ ਜਿਹੜੀ ਇੰਫਾਲ ਮਣੀਪੁਰ ਤੋਂ ਆਉਂਦੀ ਆ ਪਲੇਅਰ, ਸਾਡੀ ਬਹੁਤ ਛੋਟੀ ਉਮਰ ਦੀ ਕੁੜੀ ਆ, 26 ਸਾਲ ਦੀ ਕੁੜੀ ਆ ਤੇ ਉਹਨੇ ਇਸ ਤੋਂ ਪਹਿਲਾਂ ਵਰਲਡ ਚੈਂਪੀਅਨਸ਼ਿਪ ਜਿੱਤੀਆਂ ਹੋਈਆਂ। ਹੋਰ ਵੀ ਉਹਨੇ ਬਹੁਤ ਸਾਰੇ ਤਗਮੇ, ਬਹੁਤ ਸਾਰੇ ਤਮਗੇ ਜਿਹੜੇ ਜਾਂ ਮੈਡਲਸ ਨੇ ਉਹਦੀ ਝੋਲੀ 'ਚ ਨੇ। ਤੇ ਉਹਦੇ ਕੋਚ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਇੱਥੇ ਜਾਣ ਲੱਗਿਆ ਨਹੀਂ ਕਿ ਸਾਡਾ ਜਿਹੜਾ ਸਿਲਵਰ ਤੇ ਉਹ ਪੱਕਾ ਆ, ਹੋ ਸਕਦਾ ਆ ਕਿ ਅਸੀਂ ਉਹਦੇ 'ਚ ਉਹ ਤੋਂ ਵੱਧ ਵੀ ਕਰ ਸਕੀਏ। ਪਰ ਚਾਈਨਾ ਦੀ ਕੁੜੀ ਜਿਜੋ ਸੀ ਜਿਹਨੇ 117 ਕਿਲੋ ਚੱਕਿਆ ਕਲੀਨ ਐਂਡ ਜਰਕ ਤੇ ਇਹਨੇ 115 ਕਿਲੋ ਚੱਕਿਆ। ਹਾਲਾਂਕਿ ਇਸ ਤੋਂ ਵੱਧ ਦੀ ਕੋਸ਼ਿਸ਼ ਕੀਤੀ ਪਰ ਉਹਦੇ 'ਚੋਂ ਸਫਲ ਨਹੀਂ ਹੋਈ। ਪਰ ਭਾਰਤ ਲਈ ਵੇਟ ਲਿਫਟਿੰਗ ਦੇ ਵਿੱਚ ਵਿਮਨਸ ਵੱਲੋਂ ਸ਼ਾਇਦ ਇਹ ਪਹਿਲਾ ਮੈਡਲ ਆ ਤੇ ਬਹੁਤ ਤੁਸੀਂ ਚੰਗਾ ਕੀਤਾ, ਮੈਨੂੰ ਵਧਾਈਆਂ ਦੇਤੀਆਂ ਤੇ ਸਾਡੀਆਂ ਦੋਨੇ ਵਧਾਈਆਂ ਕਬੂਲ ਨੇ। ਦਰਸ਼ਕ ਵੀ ਇਸ ਗੱਲ ਤੋਂ ਖੁਸ਼ ਹੋਣਗੇ ਕਿਉਂਕਿ ਭਾਰਤ ਦਾ 올림픽 ਦੇ ਵਿੱਚ ਵਧੀਆ ਸਫ਼ਰ ਆ ਹੁਣ ਤੱਕ ਦਾ। ਆਬਾਦੀ ਦੇ ਲਿਹਾਜ਼ ਨਾਲ ਦੇਖੀਏ ਤੇ ਸਾਡੇ ਜਿਹੜੇ ਤਮਗੇ ਨੇ ਜਾਂ ਸਾਡੇ ਮੈਡਲਸ ਨੇ ਉਹ ਮੁਕਾਬਲਤਨ ਕਾਫੀ ਘੱਟ ਰਹੇ ਨੇ। ਹਾਕੀ ਦੇ ਵਿੱਚ ਸਾਡੇ ਜਿਹੜਾ ਪ੍ਰਦਰਸ਼ਨ ਹੈ ਉਹ ਬਹੁਤ ਚੰਗਾ ਰਿਹਾ ਕੁਝ ਸਾਲ ਪਹਿਲਾਂ, ਉਸ ਤੋਂ ਬਾਅਦ ਵਿੱਚ ਫਿਰ ਗਿਰਾਵਟ ਆਉਂਦੀ ਗਈ। ਡਿਵੈਲਪਿੰਗ ਨੇਸ਼ਨਸ ਜਾਂ ਤੇ ਸਾਡੇ ਜਿਹੜੇ ਸੰਸਾਧਨ ਨੇ ਜਾਂ ਸਾਧਨ ਨੇ ਉਹ ਘੱਟ ਨੇ ਤੇ ਬਹੁਤ ਸਾਰੀਆਂ ਤੰਤਰ ਦੀਆਂ ਕਮਜ਼ੋਰੀਆਂ ਨੇ ਜਿਨ੍ਹਾਂ ਦੀ ਚਰਚਾ ਅਸੀਂ ਵੇਲੇ ਕਰਦੇ ਰਹਿੰਦੇ ਹਾਂ। ਤੇ ਮੀਰਾਬਾਈ ਚਾਨੂ ਦੇ ਨਾਲ ਭਾਰਤ ਨੇ ਹਾਕੀ ਦੇ ਵਿੱਚ ਵੀ ਜਿਹੜਾ ਆਪਣਾ ਪਹਿਲਾ ਮੈਚ ਆ ਉਹ 3-2 ਦੇ ਨਾਲ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ। ਨਿਊਜ਼ੀਲੈਂਡ ਦੀ ਹਾਲਾਂਕਿ ਚੰਗੀ ਤਗੜੀ ਟੀਮ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ, ਪਰ ਭਾਰਤ ਨੇ ਉਹਦੇ 'ਚ ਵਧੀਆ ਪ੍ਰਦਰਸ਼ਨ ਕੀਤਾ ਤੇ 2 ਗੋਲ ਜਿਹੜੇ ਆ ਤੁਸੀਂ ਮੈਨੂੰ ਦੱਸਿਆ ਹੁਣੇ ਕਿ ਭਾਰਤੀ ਹਾਕੀ ਟੀਮ ਦੇ ਜਿਹੜੇ ਕਪਤਾਨ ਨੇ ਉਹਨਾਂ ਨੇ 2 ਗੋਲ ਕੀਤੇ ਨੇ ਤੇ 3-2 ਦੇ ਨਾਲ ਇੱਕ ਰੋਮਾਂਚਕਾਰੀ ਮੈਚ ਜਿਹੜਾ ਜਿੱਤਿਆ। ਆਸ ਕਰਦੇ ਹਾਂ ਕਿ 올림픽 ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਅੱਗੇ ਨਾਲੋਂ ਚੰਗਾ ਹੋਵੇ, ਚੰਗੇਰਾ ਹੋਵੇ ਤੇ ਸਾਡੇ ਜਿਹੜੇ ਅਗਲੀ ਪੀੜ੍ਹੀ ਦੇ ਖਿਡਾਰੀ ਨੇ ਉਹਨਾਂ ਤੋਂ ਪ੍ਰੇਰਣਾ ਲੈਣ ਤੇ ਫਿਰ ਖੇਡਾਂ ਦੇ ਵਿੱਚ ਸਾਡਾ ਜਿਹੜਾ ਆ ਪ੍ਰਦਰਸ਼ਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਵਧੀਆ ਰਵੇ। ਪਰਮਿੰਦਰ ਜੀ, ਗੱਲ ਇਹ ਵੀ ਆ ਕਿ ਖੇਡਾਂ ਦੇ ਵਿੱਚ ਭਾਗ ਲੈਣ ਨਾਲ ਗੱਲ ਸਿਰਫ ਮੈਡਲ ਜਿੱਤਣ ਦੀ ਨਹੀਂ ਹੈਗੀ। ਤੰਦਰੁਸਤ ਸਰੀਰ ਦੇ ਵਿੱਚ ਇੱਕ ਤੰਦਰੁਸਤ ਦਿਮਾਗ ਜਾਂ ਤੰਦਰੁਸਤ ਮਨ ਜਿਹੜਾ ਉਹ ਕਰਦਾ ਹੈ ਤੇ ਦੂਸਰੀ ਗੱਲ ਇਹ ਆ ਕਿ ਖੇਡਾਂ ਤੋਂ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਾਂ। ਕੋਆਪਰੇਸ਼ਨ ਦੀ ਭਾਵਨਾ, ਟੀਮ ਵਿੱਚ ਖੇਲਣ ਦੀ ਭਾਵਨਾ, ਸਰੀਰ ਨੂੰ ਠੀਕ ਰੱਖਣ ਦੀ ਜਿਹੜੀ ਗੱਲਬਾਤ ਆ, ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਜਦੋਂ ਅਸੀਂ ਜਵਾਨੀ ਦੇ ਵਿੱਚ ਜਾਂ ਬਚਪਨ ਦੇ ਵਿੱਚ ਖੇਡਾਂ ਖੇਡਦੇ ਹਾਂ ਤੇ ਉਹ ਜਿਹੜੀਆਂ ਗੱਲਾਂ ਸਿੱਖੀਆਂ ਹੋਈਆਂ ਨੇ ਫਿਰ ਸਾਰੀ ਜ਼ਿੰਦਗੀ ਸਾਡੇ ਕੰਮ ਆਉਂਦੀਆਂ ਨੇ। ਅਸੀਂ ਬਹੁਤ ਵਾਰ ਗੱਲ ਕਰਦੇ ਹਾਂ ਇਮਰਾਨ ਖਾਨ ਤੇ ਸਿੱਧੂ ਦੀ ਜਾਂ ਹੋਰ ਵੀ ਬਹੁਤ ਸਾਰੇ ਲੀਡਰ ਬਣੇ ਨੇ ਬਾਅਦ ਵਿੱਚ ਉਹ ਬੰਦੇ, ਉਹਦੀ ਵਜ੍ਹਾ ਇਹੀ ਨੇ ਕਿ ਉਹਨਾਂ ਦੇ ਕੋਲ ਜੇ ਕੋਈ 4 ਗੱਲਾਂ ਚੰਗੀਆਂ ਨੇ ਤੇ ਉਹਨਾਂ ਨੇ ਉਹ ਖੇਡ ਦੇ ਮੈਦਾਨ ਤੋਂ ਜਿਹੜੀਆਂ ਉਹ ਗ੍ਰਹਿਣ ਕੀਤੀਆਂ ਨੇ। ਜੀ ਤੇ ਸ਼ਰਮਾ ਜੀ, ਤੁਸੀਂ ਵੀ ਕਦੀ ਖਿਡਾਰੀ ਰਹੇ ਹੋ ਜ਼ਿੰਦਗੀ ਦੇ ਵਿੱਚ?
ਜ਼ਿੰਦਗੀ ਦੀ ਖੇਡ ਤਾਂ ਖੇਡਦੇ ਹੋ ਪਰ ਮੈਦਾਨ ਦੇ ਵਿੱਚ ਕਦੀ ਨਿਤਰੇ ਹੋਵੋ? ਨਹੀਂ, ਕੁਝ ਬਹੁਤ ਲੰਬਾ ਚੌੜਾ ਨਹੀਂ ਖੇਡਿਆ। ਹਾਂ, ਸਕੂਲ ਟਾਈਮ ਤੱਕ ਅਸੀਂ ਬੈਡਮਿੰਟਨ ਜ਼ਰੂਰ ਖੇਡਦੇ ਰਹੇ ਹਾਂ, ਹੋਰ ਵੀ ਛੋਟੀਆਂ-ਛੋਟੀਆਂ ਇੱਕ ਦੋ ਗੇਮਾਂ ਖੇਡੀਆਂ, ਪਰ ਖਿਲਾੜੀ ਬਣਨ ਦਾ ਸਾਡਾ ਟਰੈਕ ਸੀਗਾ ਨਹੀਂ ਜੀ। ਪਰ ਇੱਧਰ ਮੋਦੀ ਜਿਹੜਾ ਹੈ ਮਨ ਕੀ ਬਾਤ ਦੇ ਰਾਹੀਂ ਕਿਹੜੀਆਂ ਗੱਲਾਂ ਕਰਨ ਲੱਗੇ ਨੇ ਕੱਲ ਨੂੰ ਭਲਾ? ਦੇਖੋ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 2014 ਚ ਜਦੋਂ ਤੋਂ ਭਾਰਤ ਦਾ ਇਹਨਾਂ ਨੇ ਪ੍ਰਧਾਨ ਮੰਤਰੀ ਪਦ ਸੰਭਾਲਿਆ ਆ, ਸੰਸਦ ਦੇ ਸਰਦਣ ਦੇ ਉੱਤੇ ਮੱਥਾ ਟੇਕ ਕੇ ਅੰਦਰ ਵੜੇ ਨੇ, ਉਸ ਤੋਂ ਬਾਅਦ ਤੱਕ ਅੱਜ ਤੱਕ ਇਹਨਾਂ ਨੇ ਮਨ ਕੀ ਬਾਤ ਹੀ ਕੀਤੀ ਆ, ਜਨ ਕੀ ਬਾਤ ਨਹੀਂ ਕੀਤੀ। ਇਹਨਾਂ ਨੇ ਕੋਈ ਪ੍ਰੈਸ ਕਾਨਫਰੰਸ, ਕੋਈ ਪੱਤਰਕਾਰੀ ਭਾਈਚਾਰੇ ਦੇ ਲੋਕਾਂ ਨੂੰ ਬੁਲਾ ਕੇ ਆਪਣੀ ਗੱਲ ਕਿਸੇ ਅਖਬਾਰ ਨੂੰ ਜਾਂ ਕਿਸੇ ਮੀਡੀਆ ਅਦਾਰੇ ਨੂੰ ਨਹੀਂ ਦੱਸੀ। ਟਵਿੱਟਰ ਤੇ ਟਵੀਟ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ, ਫੇਸਬੁੱਕ ਤੇ ਉਹ ਐਕਟਿਵ ਹੁੰਦੇ ਨੇ ਜਾਂ ਉਹਨਾਂ ਦੀ ਕੋਈ ਟੀਮ ਜਿਹੜੀ ਉਹਨੂੰ ਦੇਖਦੀ ਆ, ਪਰ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਉਹ ਮਨ ਕੀ ਬਾਤ ਜ਼ਰੂਰ ਕਰਦੇ ਨੇ, ਜਿਹੜਾ ਕਿ ਉਹਨਾਂ ਦੇ ਜਿਹੜਾ ਨੈਸ਼ਨਲ ਬ੍ਰੌਡਕਾਸਟਿੰਗ ਏਜੰਸੀ ਆ, ਸਰਕਾਰੀ ਜਿਹੜਾ ਆਕਾਸ਼ਵਾਣੀ ਆ ਜਾਂ ਦੂਰਦਰਸ਼ਨ ਆ, ਸੰਚਾਰ ਜਿਹੜੇ ਮਾਧਿਅਮ ਆ, ਉੱਥੋਂ ਉਹ ਪ੍ਰਸਾਰਿਤ ਹੁੰਦਾ। ਤੇ ਜੇ 2020 ਤੇ 2021 ਦੀ ਗੱਲ ਕਰੀਏ ਤੇ ਉਹਨੂੰ ਇਕੱਲੇ ਸਰਕਾਰੀ ਤੰਤਰ ਨੂੰ ਹੀ ਨਹੀਂ, ਉਸ ਤੋਂ ਇਲਾਵਾ ਆਕਾਸ਼ਵਾਣੀ ਦੇ 23 ਜਿਹੜੀਆਂ ਰੀਜਨਲ ਭਾਸ਼ਾਵਾਂ ਤੇ 29 ਉਪ ਰੀਜਨਲ ਭਾਸ਼ਾਵਾਂ, ਉਹ ਸਾਰੀਆਂ ਹੀ ਉਹਨੂੰ ਟਰਾਂਸਲੇਟ ਕਰਕੇ ਲਾਈਵ ਟੈਲੀਕਾਸਟ ਵੀ ਉਹਦਾ ਕਰਦੀਆਂ ਤੇ ਦੁਬਾਰਾ ਪ੍ਰਦਰਸ਼ਨ ਵੀ ਕਰਦੀਆਂ। 90-91 DTH ਦੇ ਜਿਹੜੇ ਫ੍ਰੀ ਚੈਨਲ ਨੇ ਉਹ ਵੀ ਸਾਰੇ ਹੀ ਉਹਨੂੰ ਕਰਦੇ ਨੇ, ਤੇ ਹੋਰ ਵੀ ਬਹੁਤ ਸਾਰੇ ਨਿੱਜੀ ਚੈਨਲ ਵੀ, ਇੱਕ ਵਾਰ ਤੱਕ ਉਹਨੂੰ 111 ਚੈਨਲਾਂ ਨੇ ਵੀ ਬ੍ਰੌਡਕਾਸਟ ਕੀਤਾ। ਤੇ ਕਿਹਾ ਜਾਂਦਾ ਕਿ ਉਹਨੂੰ 14-15 ਕਰੋੜ ਲੋਕ ਜਿਹੜੇ ਆ ਪ੍ਰਧਾਨ ਮੰਤਰੀ ਦੇ ਉਸ ਪ੍ਰੋਗਰਾਮ ਨੂੰ ਸੁਣਦੇ ਆ। ਪਰ ਗੱਲ ਇਹ ਹੋ ਰਹੀ ਆ ਕਿ ਅਸੀਂ ਇਹ ਗੱਲ ਜ਼ਿਕਰ ਕਿਉਂ ਕਰ ਰਹੇ ਹਾਂ? ਜ਼ਿਕਰ ਉਹਦੇ ਚੋਂ ਇੱਕ ਸਾਹਮਣੇ ਆਇਆ ਕਿ ਕੱਲ ਰਾਜ ਸਭਾ ਦੇ ਵਿੱਚ ਇੱਕ ਸੰਸਦ ਦੇ ਮੈਂਬਰ ਨੇ ਪੁੱਛਿਆ ਸੀਗਾ ਕਿ ਮਨ ਕੀ ਬਾਤ ਦਾ ਜਿਹੜਾ ਆਡਿਟ ਆ ਉਹ ਵੀ ਦੱਸਿਆ ਜਾਵੇ, ਲੇਖਾ ਜੋਖਾ ਦੱਸਿਆ ਜਾਵੇ, ਕਿਉਂਕਿ ਜਿਹੜਾ ਪ੍ਰੋਗਰਾਮ ਆ ਉਹਨੂੰ ਕੁਝ ਐਡਵਰਟਾਈਜ਼ਮੈਂਟਸ ਮਿਲਦੀਆਂ ਨੇ। ਤੁਸੀਂ ਇਸ ਸਾਰੇ ਚੀਜ਼ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਤੇ ਦਰਸ਼ਕ ਵੀ ਜਾਣਦੇ ਨੇ ਕਿ ਹਰ ਪ੍ਰੋਗਰਾਮ ਦੇ ਉੱਤੇ ਕੁਝ ਖਰਚਾ ਵੀ ਹੁੰਦਾ ਤੇ ਉਦੋਂ ਤੋਂ ਕੁਝ ਕਮਾਈ ਵੀ ਹੁੰਦੀ ਆ। ਤੇ ਬੜੇ ਇੰਟਰਸਟਿੰਗ ਜਿਹੇ ਫੈਕਟ ਉਹਦੇ ਨਾਲ ਲੈ ਕੇ ਸਾਹਮਣੇ ਆਏ ਆ। ਜਿਹੜੇ ਸੂਚਨਾ ਤੇ ਪ੍ਰਸਾਰਣ ਕਮੇਟੀ ਦੇ ਮੁਖੀ ਸੀ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਸਾਡਾ ਖਰਚਾ ਕੋਈ ਨਹੀਂ ਹੁੰਦਾ, ਕਿਉਂਕਿ ਅਸੀਂ ਸਿਰਫ ਸਾਰੇ ਦਾ ਸਾਰਾ ਕੰਮ ਜਿਹੜਾ ਆ ਇੰਡੋਰ ਸਟਾਫ ਤੋਂ ਕਰਵਾਉਂਦੇ ਆ। ਕੁਝ ਜਿਹੜੇ ਉਹਨਾਂ ਕੋਲ ਮੁਲਾਜ਼ਮ ਆਲਰੇਡੀ ਲੱਗੇ ਹੋਏ ਨੇ ਉਹੀ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਲਈ ਕੰਮ ਕਰਦੇ ਨੇ। ਤੇ ਜਦੋਂ ਇਸ ਪ੍ਰੋਗਰਾਮ ਤੋਂ ਇਸ਼ਤਿਹਾਰਾਂ ਦੀ ਗੱਲ ਸਾਹਮਣੇ ਆਈ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਡਿਪਾਰਟਮੈਂਟ ਦਾ ਕਾਫੀ ਭਲਾ ਕੀਤਾ। 30 ਕਰੋੜ 80 ਲੱਖ ਰੁਪਈਆ ਹੁਣ ਤੱਕ ਉਹਨਾਂ ਨੇ ਇਸ ਪ੍ਰੋਗਰਾਮ ਦੀ ਇਸ਼ਤਿਹਾਰਬਾਜ਼ੀ ਤੋਂ ਕਮਾਇਆ। ਇੱਕ ਚੰਗਾ ਪ੍ਰੋਗਰਾਮ ਆ, ਪਰ ਨਾਲ ਦੀ ਨਾਲ ਉਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਸ ਪ੍ਰੋਗਰਾਮ ਦੀ ਜਿਹੜੀ ਕੈਲਕੂਲੇਸ਼ਨ ਆ ਜਾਂ ਇਸ ਪ੍ਰੋਗਰਾਮ ਦੀ ਜਿਹੜੀ ਗਿਣਤੀ ਆ ਉਹ ਰੁਪਈਆਂ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਇਹ ਇੱਕ ਰਾਸ਼ਟਰ ਮੁਖੀ ਵੱਲੋਂ ਲੋਕਾਂ ਨਾਲ ਜੁੜੇ ਹੋਏ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਆ। ਪਰ ਉਹਦੇ ਵਿੱਚ ਹੋਰ ਵੀ ਸਾਹਮਣੇ ਆਉਂਦੀਆਂ ਨੇ ਗੱਲਾਂ ਪਰਮਿੰਦਰ ਜੀ। ਇਹ 30 ਕਰੋੜ ਤੇ ਹੈਗਾ 14 ਤੋਂ ਲੈ ਕੇ 21 ਤੱਕ 7 ਸਾਲਾਂ 'ਚ। ਜਦੋਂ ਉਹਦਾ ਸਾਲ ਬਾਈ ਸਾਲ ਐਨਾਲਿਸਿਸ ਕਰਦੇ ਆ ਤੇ ਉਹ ਇੱਕ ਹੋਰ ਤਸਵੀਰ ਸਾਹਮਣੇ ਆਉਂਦੀ ਆ। ਉਹ ਭਲਾ ਕਿਹੜੀ ਹੈ? 14 ਦੇ ਵਿੱਚ ਪਹਿਲੇ ਸਾਲ ਉਹਦੇ ਤੋਂ ਉਹਨਾਂ ਨੇ 1 ਕਰੋੜ ਤੇ 16 ਲੱਖ ਰੁਪਏ ਦੀ ਇਨਕਮ ਹੋਈ, ਕਿਉਂਕਿ ਪ੍ਰੋਗਰਾਮ ਹਾਲੇ ਨਵਾਂ ਸੀ, ਮਸ਼ਹੂਰੀ ਹਾਲੇ ਘੱਟ ਹੋਈ ਸੀ। ਦੂਸਰੇ ਸਾਲ ਉਹ ਜਿਹੜੀ ਕਮਾਈ ਸੀ ਉਹ 2 ਕਰੋੜ ਤੇ 80 ਲੱਖ ਤੱਕ ਪਹੁੰਚ ਗਈ। ਤੀਸਰੇ ਸਾਲ ਫਿਰ ਉਹ ਪ੍ਰੋਗਰਾਮ ਪੀਕ ਤੇ ਗਿਆ, ਜਾਂ ਕਹਿ ਲਓ ਕਿ ਉਚਾਈ ਵੱਲ ਨੂੰ ਜਾਂਦਾ ਸੀ, ਤੇ 5 ਕਰੋੜ ਤੋਂ ਉੱਪਰ ਕਮਾਈ ਹੋਈ। ਫਿਰ ਉਹ ਕਰਦਿਆਂ 10 ਕਰੋੜ 64 ਲੱਖ ਉਸ ਪ੍ਰੋਗਰਾਮ ਦੀ ਕਮਾਈ ਸੀ 17-18 'ਚ, ਜਦੋਂ ਕਿ ਇਲੈਕਸ਼ਨ ਦੀ ਤਿਆਰੀ ਹੋ ਰਹੀ ਸੀ ਤੇ 19 ਦੇ ਵਿੱਚ ਅਗਲੀਆਂ ਇਲੈਕਸ਼ਨਸ ਆ ਜਾਣੀਆਂ ਸੀ। ਪਰ ਅਗਲੀਆਂ ਇਲੈਕਸ਼ਨ ਆਉਣ ਤੋਂ ਬਾਅਦ ਫਿਰ ਉਸ ਪ੍ਰੋਗਰਾਮ ਨੂੰ ਇਦਾਂ ਕਹਿ ਲਓ ਕਿ ਪੀਕ ਤੋਂ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ। 10 ਕਰੋੜ 64 ਲੱਖ ਤੋਂ ਫਿਰ ਉਹ 7 ਕਰੋੜ ਤੇ 47 ਲੱਖ ਤੱਕ 18-19 ਚ ਆ ਗਿਆ। 19-20 ਚ ਉਹਦੀ ਕਮਾਈ ਫਿਰ ਘਟ ਕੇ 2 ਕਰੋੜ ਤੇ 56 ਲੱਖ ਰਹਿ ਗਈ। ਇਹ ਵੀ ਕਹਿ ਸਕਦੇ ਆ ਤੁਸੀਂ ਕੋਵਿਡ ਦਾ ਅਸਰ ਆ ਉਹਦੇ ਤੇ ਇਹ ਵਾਲਾ ਸਾਲ ਜਿਹੜਾ ਚੱਲ ਰਿਹਾ ਸਾਲ ਆ, ਇਹਦੇ ਵਿੱਚ ਫਿਰ ਉਹਦੇ ਚ ਹੁਣ ਇਹ ਕਿਸਾਨ ਸੰਗਠਨ ਤੇ ਖੁਸ਼ ਹੋਣਗੇ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਜਿਹੜੀ ਪ੍ਰਭਾਵ ਆ ਉਹ ਘਟਾਇਆ ਆ, ਤੇ ਬੰਗਾਲ ਵਾਲੀ ਜਿਹੜੀ ਮੁੱਖ ਮੰਤਰੀ ਆ ਦੀਦੀ ਜਿਹਨੂੰ ਅਸੀਂ ਕਹਿੰਦੇ ਆ ਮੈਡਮ ਮਮਤਾ ਬੈਨਰਜੀ, ਉਹ ਖੁਸ਼ ਹੋਣਗੇ ਕਿ ਮੈਂ ਇਹਨਾਂ ਨੂੰ ਹਰਾਇਆ ਤੇ ਇਹਨਾਂ ਦੀ ਜਿਹੜੀ ਪ੍ਰਭਾਵ ਆ ਉਹ ਘਟਿਆ ਆ। ਪਰ 2021 ਦੇ ਵਿੱਚ ਇਹਨਾਂ ਦੀ ਜਿਹੜੀ ਕਮਾਈ ਆ ਉਸ ਪ੍ਰੋਗਰਾਮ ਦੀ ਉਹ ਸਿਰਫ 1 ਕਰੋੜ ਜਿਹੜੀ ਆ ਉਹ ਰਹਿ ਗਈ ਆ। ਤੇ ਜਦੋਂ ਦੂਰਦਰਸ਼ਨ ਦੇ ਇੱਕ ਸਾਬਕਾ CEO ਨਾਲ ਗੱਲ ਹੁੰਦੀ ਆ ਤੇ ਉਹ ਦੱਸਦੇ ਨੇ ਕਿ ਭਾਵੇਂ ਇਸ ਪ੍ਰੋਗਰਾਮ ਨੂੰ ਕਮਾਈ ਨਾਲ ਨਹੀਂ ਜੋੜ ਕੇ ਦੇਖ ਸਕਦੇ, ਪਰ ਕਿਸੇ ਵੀ ਪ੍ਰੋਗਰਾਮ ਦੀ ਪ੍ਰਸਿੱਧੀ ਸਿੱਧੀ ਦਰਸ਼ਕਾਂ ਨਾਲ ਤੇ ਉਸ ਤੋਂ ਹੋਣ ਵਾਲੀ ਕਮਾਈ ਨਾਲ ਦੇਖੀ ਜਾਂਦੀ ਹੈ। ਮਤਲਬ ਮਨ ਕੀ ਨਹੀਂ ਧਨ ਕੀ ਬਾਤ ਹੈ। ਧਨ ਕੀ ਬਾਤ ਤਾਂ ਹੈ ਹੀ ਹੈ ਕਿ ਇਸ ਪ੍ਰੋਗਰਾਮ ਨੇ ਧਨ ਕਿੰਨਾ ਕਮਾਇਆ, ਪਰ ਉਹਨਾਂ ਦੇ ਕਹਿਣ ਦਾ ਅਰਥ ਇਹ ਸੀਗਾ ਕਿ ਜੇ ਇਸ ਪ੍ਰੋਗਰਾਮ ਦੀ ਜਿਹੜੀ ਪ੍ਰਸਿੱਧੀ ਆ ਘਟ ਰਹੀ ਆ, ਇਸ ਪ੍ਰੋਗਰਾਮ ਦੀ ਪ੍ਰਸਿੱਧੀ ਘਟਣ ਦਾ ਮਸਲਾ ਸਿੱਧਾ ਇਸ ਗੱਲ ਨਾਲ ਆ ਕਿ ਇਸ ਪ੍ਰੋਗਰਾਮ ਦੇ ਦਰਸ਼ਕ ਜਿਹੜੇ ਘਟ ਰਹੇ ਨੇ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਰ ਇਦਾਂ ਵੀ ਦੇਖਣ ਨੂੰ ਮਿਲਿਆ ਕਿ ਉਸ ਪ੍ਰੋਗਰਾਮ ਨੂੰ ਜਦੋਂ ਸੋਸ਼ਲ ਮੀਡੀਆ ਤੇ ਭੇਜਿਆ ਗਿਆ ਉਹਦੇ ਤੇ ਚੰਗੇ ਕਮੈਂਟ ਜਿਹੜੇ ਸੀ, ਚੰਗਾ ਰਿਸਪੌਂਸ ਸੀ ਉਹ ਘੱਟ ਆਇਆ, ਤੇ ਜਿਹੜਾ ਉਹਦਾ ਨੈਗੇਟਿਵ ਰਿਸਪੌਂਸ ਸੀ ਉਹ ਵੱਧ ਆਇਆ। ਹਾਲਾਂਕਿ ਅਸੀਂ ਅਤੀਤ ਦੇ ਵਿੱਚ ਇਹ ਗੱਲ ਸਮਝਦੇ ਹਾਂ ਕਿ 14 ਤੋਂ ਲੈ ਕੇ ਹੁਣ ਤੱਕ ਜਿੰਨੀ ਦੇਰ ਵੀ BJP ਰੂਲ 'ਚ ਰਹੀ ਆ, ਉਹਨਾਂ ਦੀ ਸੋਸ਼ਲ ਮੀਡੀਆ ਟੀਮ ਜਿਹੜਾ ਜਾਂ IT ਸੈੱਲ ਆ ਉਹ ਬਹੁਤ
ਐਕਟਿਵ ਰਹਿੰਦਾ। ਜੀ ਜੀ ਬਿਲਕੁਲ। ਪਰ ਇਸ ਸਭ ਦੇ ਬਾਵਜੂਦ ਵੀ ਜੇ ਪ੍ਰੋਗਰਾਮ ਦੀ ਪ੍ਰਤਿਸ਼ਠਾ ਦੇ ਵਿੱਚ, ਪ੍ਰੋਗਰਾਮ ਦੀ ਪ੍ਰਸਿੱਧੀ ਦੇ ਵਿੱਚ ਤੇ ਪ੍ਰੋਗਰਾਮ ਦੀ ਕਮਾਈ ਦੇ ਵਿੱਚ ਫਰਕ ਆਉਂਦਾ ਆ ਤੇ ਉਹ ਨਿਸ਼ਚਿਤ ਹੀ ਇਹ ਗੱਲ ਦਰਸਾਉਂਦਾ ਆ ਕਿ ਜਿਹੜਾ ਮਨ ਕੀ ਬਾਤ ਆ ਉਹ ਲੋਕਾਂ ਨੂੰ ਉਨੀ ਜੱਚਦੀ ਨਹੀਂ। ਜੇ ਤੁਸੀਂ ਜਨ ਕੀ ਬਾਤ ਕਰੋ ਤੇ ਉਹ ਜ਼ਿਆਦਾ ਚੰਗੀ ਹੋਵੇ। ਤੇ ਸ਼ਰਮਾ ਜੀ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਛੇਤੀ ਹੀ ਜਨ ਕੀ ਬਾਤ ਵੀ ਸੁਣਨਗੇ ਤੇ ਉਹਦਾ ਹੱਲ ਵੀ ਕੱਢਣਗੇ। ਦੇਖੋ ਉਹ ਸੋਸ਼ਲ ਮੀਡੀਆ ਦੇ ਉੱਤੇ, ਸਾਰੇ ਪਲੇਟਫਾਰਮਸ ਦੇ ਉੱਤੇ ਉਹ ਬਹੁਤ ਐਕਟਿਵ ਰਹਿੰਦੇ ਨੇ ਜੀ। ਕਿਸੇ ਵੀ ਮੌਕੇ ਤੇ ਉਹ ਚਾਹੇ ਯੋਗਾ ਦਿਵਸ ਹੋਵੇ, ਚਾਹੇ ਉਹ ਪਰਿਆਵਰਣ ਨਾਲ ਜੁੜੀਆਂ ਹੋਈਆਂ ਕੋਈ ਦਿਨ ਹੋਣ, ਉਹ ਆਪਣੀਆਂ ਜਿਹੜੀਆਂ ਫੋਟੋਗ੍ਰਾਫਸ ਨੇ ਜਾਂ ਆਪਣੇ ਅਟਾਇਰ ਨੇ, ਆਪਣਾ ਉਹਨਾਂ ਦਾ ਬਾਣਾ ਆ, ਉਹਦਾ ਬੜਾ ਧਿਆਨ ਰੱਖਦੇ ਨੇ। ਤੇ ਇੱਕ ਵਾਰ ਉਹਨਾਂ ਨੇ ਇੱਕ ਵੱਡੇ ਫਿਲਮ ਸਟਾਰ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਵੀ ਸੀ ਤੇ ਉਹਦੇ ਨਾਲ ਗੱਲਾਂ ਜਿਹੜੀਆਂ ਕੀਤੀਆਂ ਸੀ ਉਹਦਾ ਰਾਸ਼ਟਰੀ ਚੀਜ਼ਾਂ ਨਾਲ ਸਰੋਕਾਰ ਘੱਟ ਸੀ। ਤੇ ਜੇ ਅਸੀਂ ਮਨ ਕੀ ਬਾਤ ਦੀ ਗੱਲ ਵੀ ਕਰੀਏ ਤੇ ਇਸ ਪ੍ਰੋਗਰਾਮ ਵਿੱਚ ਵੀ ਕਦੇ ਉਹਨਾਂ ਨੇ ਸਿਆਸੀ ਗੱਲ ਨਹੀਂ ਬਹੁਤੀ ਕੀਤੀ, ਗੱਲਾਂ ਉਹ ਮੁੱਦਿਆਂ ਦੀਆਂ ਹੀ ਕਰਦੇ ਨੇ। ਪਰ ਫਿਰ ਵੀ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਬੀਜੇਪੀ ਦੀ ਲਾਈਨ ਨੂੰ ਟੱਚ ਨਹੀਂ ਕਰਦੇ। ਉਹ ਮੁੱਦੇ ਜਿਹੜੇ ਉਹ ਕਦੇ ਵੀ ਨਹੀਂ ਛੇੜਦੇ। ਅਸੀਂ ਪੰਜਾਬ 'ਚ ਬੈਠੇ ਹਾਂ ਤੇ ਪੰਜਾਬੀ ਦੀ ਗੱਲ ਕਰਦੇ ਹਾਂ ਜਾਂ ਕਿਸਾਨ ਅੰਦੋਲਨ ਦੀ ਜਦੋਂ ਗੱਲ ਕਰਦੇ ਹਾਂ ਤੇ ਇਹ ਅਕਸਰ ਗੱਲ ਸਾਹਮਣੇ ਆਉਂਦੀ ਆ ਕਿ 600-700 ਕਿਸਾਨਾਂ ਦੀ ਮੌਤ ਦਾ ਜ਼ਿਕਰ ਉਹਨਾਂ ਨੇ ਕਦੇ ਨਹੀਂ ਕੀਤਾ। ਹੁਣੇ ਬੀਤੇ ਦਿਨੀ ਅਫਗਾਨਿਸਤਾਨ ਦੇ ਵਿੱਚ ਇੱਕ ਭਾਰਤੀ ਪੱਤਰਕਾਰ, ਫੋਟੋ ਜਰਨਲਿਸਟ ਦੀ ਮੌਤ ਹੁੰਦੀ ਆ। ਹਾਲਾਂਕਿ ਉਹ ਰਾਈਟਰਸ 'ਚ ਜੌਬ ਸੀ, ਪਰ ਉਹਨੂੰ ਵੀ ਇਹਨਾਂ ਨੇ ਆਪਣੇ ਨਾ ਮਨ ਕੀ ਬਾਤ ਵਿੱਚ ਨਾ ਕਿਸੇ ਹੋਰ ਸੋਸ਼ਲ ਪਲੇਟਫਾਰਮ ਦੇ ਉੱਤੇ ਛੇੜਿਆ। ਸੋ ਮੋਦੀ ਸਾਹਿਬ ਜਦੋਂ ਪ੍ਰਧਾਨ ਮੰਤਰੀ ਕੋਈ ਵੀ ਪਰਮਿੰਦਰ ਜੀ ਬਣਦਾ ਆ, ਪਹਿਲਾਂ ਤਾਂ ਉਹ ਲੜਦਾ ਆ, ਦੋ ਪਾਰਟੀਆਂ ਦੀ ਲੜਾਈ ਆ ਜਾਂ ਬਹੁਤ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ ਦੀ ਲੜਾਈ ਆ। ਪਰ ਜਦੋਂ ਉਹ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਆ, ਫਿਰ ਉਹ ਪਹਿਲੀ ਗੱਲ ਸਾਰੇ ਪ੍ਰਧਾਨ ਮੰਤਰੀ ਅਮੂਮਨ ਇਹ ਕਰਦੇ ਨੇ ਕਿ ਹੁਣ ਮੈਂ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਸਾਰਾ ਦੇਸ਼ ਮੇਰਾ ਆ। ਵੋਟਾਂ ਵਾਲੀ ਗੱਲ ਖਤਮ ਹੋ ਗਈ, ਰਿਜ਼ਲਟ ਆ ਗਿਆ। ਰਿਜ਼ਲਟ ਆਉਣ ਤੋਂ ਬਾਅਦ ਲੋਕਤੰਤਰ ਦੇ ਵਿੱਚ ਇਹ ਬਿਲਕੁਲ ਸਪਸ਼ਟ ਗੱਲ ਆ ਕਿ ਹੁਣ ਅਸੀਂ ਸਾਰੇ ਦੇਸ਼ ਦਾ ਜਿਹੜਾ ਆ ਪ੍ਰਤੀਨਿਧਤਵ ਆ ਜਾਂ ਰਿਸਪੌਂਸਿਬਿਲਿਟੀ ਜਿਹੜੀ ਉਹ ਸਾਡੀ ਆ। ਪਰ ਉਹ ਕਿਉਂਕਿ ਅਜਿਹੀਆਂ ਗੱਲਾਂ ਕਰਨ ਦੇ ਵਿੱਚ ਬਹੁਤੇ ਕਾਮਯਾਬ ਨਹੀਂ ਹੋਏ, ਬਹੁਤ ਸਾਰੇ ਮੁੱਦੇ ਜਿਹੜੇ ਉਹ ਛੱਡ ਜਾਂਦੇ ਨੇ। ਇਸੇ ਕਰਕੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਜਿਹੜਾ ਨੈਗੇਟਿਵ ਰਿਸਪੌਂਸ ਜਿਹੜਾ ਆ ਉਹ ਦੇਖਣ ਨੂੰ ਮਿਲਦਾ। ਸੋ ਫਿਰ ਇੱਕ ਵਾਰੀ ਗੱਲ ਉਹੀ ਆ ਕਿ ਉਹਨਾਂ ਨੂੰ ਚਾਹੀਦਾ ਆ ਕਿ ਬਹੁਤ ਸਾਰੇ ਚੰਗੇ ਪੱਤਰਕਾਰ ਨੇ ਸਾਡੇ ਦੇਸ਼ ਦੇ ਵਿੱਚ, ਬਹੁਤ ਸਾਰੇ ਬੁੱਧੀਜੀਵੀ ਲੋਕ ਨੇ। ਜੇ ਉਹਨਾਂ ਨੇ ਪੱਤਰਕਾਰਾਂ ਨਾਲ ਨਹੀਂ ਗੱਲ ਕਰਨੀ ਤੇ ਕਿਸੇ ਸਭਾ 'ਚ ਬੈਠ ਕੇ ਕਿਤੇ ਘੰਟਾ 2 ਘੰਟੇ ਦੇਸ਼ ਦੀਆਂ ਗੱਲਾਂ ਸੁਣਨ ਤੇ ਦੇਸ਼ ਦੀ ਗੱਲ ਕਰਨੀ ਚਾਹੀਦੀ ਹੈ। ਕਮਾਈ ਹਾਲਾਂਕਿ ਇੱਕ ਨਿਗੁਣੀ ਚੀਜ਼ ਆ, ਇਸ ਪ੍ਰੋਗਰਾਮ ਦੀ ਕਮਾਈ ਨੂੰ ਆਪਾਂ ਨਹੀਂ ਦੇਖਦੇ, ਪਰ ਹਾਂ ਉਹ ਜਿਹੜੇ ਦੂਰਦਰਸ਼ਨ ਦੇ ਐਕਸ CEO ਨੇ ਉਹਨਾਂ ਦੀ ਇਹ ਗੱਲ ਜ਼ਰੂਰ ਦੇਖਣੀ ਬਣਦੀ ਆ ਕਿ ਜੇ ਕਮਾਈ ਘਟ ਰਹੀ ਆ ਤਾਂ ਇਹਦਾ ਮਤਲਬ ਸਾਫ਼-ਸਾਫ਼ ਸ਼ਬਦਾਂ 'ਚ ਇਹ ਆ ਕਿ ਤੁਹਾਡੀ ਜਿਹੜੀ ਪ੍ਰਸਿੱਧੀ ਆ ਉਹ ਵੀ ਘਟ ਰਹੀ ਹੈ। ਤੇ ਸ਼ਰਮਾ ਜੀ ਆਪਾਂ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਆਪਾਂ ਗੱਲ ਕਰ ਰਹੇ ਸੀ ਮੋਦੀ ਕੀ ਮਨ ਕੀ ਬਾਤ ਦੀ। ਜਨ ਕੀ ਬਾਤ ਉਹ ਕਦੋਂ ਸੁਣਨਗੇ ਇਹਦਾ ਇੰਤਜ਼ਾਰ ਰਹੇਗਾ। ਪਰ ਹੁਣ ਚਰਚਾ ਮੋਦੀ ਤੇ ਯੋਗੀ ਦੀ ਇਸ਼ਤਿਹਾਰਬਾਜ਼ੀ ਦੀ ਹੋ ਰਹੀ ਹੈ। ਕਿੰਨਾ ਕੁ ਖਰਚਾ ਕਰ ਦਿੱਤਾ ਉਹਨਾਂ ਨੇ ਇਸ ਤੇ? ਦੇਖੋ ਖਰਚਾ ਤੇ ਬਹੁਤ ਕੀਤਾ ਹੈ, ਪਰ ਗੱਲ ਸਿਰਫ ਫਿਰ ਖਰਚੇ ਦੀ ਨਹੀਂ ਹੈ। ਗੱਲ ਇਹ ਆ ਕਿ ਉਹ ਖਰਚਾ ਕਰਕੇ ਤੁਸੀਂ ਸਿੱਧ ਕੀ ਕਰਨਾ ਚਾਹੁੰਦੇ ਹੋ, ਤੁਸੀਂ ਕਹਿਣਾ ਕੀ ਚਾਹੁੰਦੇ ਹੋ। RTI ਇੱਕ ਅਜਿਹਾ ਕਾਨੂੰਨ ਬੀਤੀ ਸਰਕਾਰ, ਕਾਂਗਰਸ ਸਰਕਾਰ ਨੇ ਬਣਾਇਆ ਜਿਹਨੇ ਲੋਕਾਂ ਦੇ ਸਾਹਮਣੇ ਕਾਫੀ ਹੱਦ ਤੱਕ ਪਾਰਦਰਸ਼ਤਾ ਜਿਹੜੀ ਲੈ ਕੇ ਆਂਦੀ। ਲੋਕਾਂ ਨੂੰ ਪਤਾ ਲੱਗਿਆ ਕਿ ਸਰਕਾਰਾਂ ਕੀ ਕਰਦੀਆਂ ਨੇ, ਕਿਵੇਂ ਕਰਦੀਆਂ ਨੇ, ਕਿੱਥੋਂ ਪੈਸੇ ਆਉਂਦੇ ਨੇ, ਕਿੱਥੇ ਜਾਂਦੇ ਨੇ। ਨਹੀਂ ਤੇ ਸਿਰਫ ਸਾਡੇ ਲਈ ਜਿਹੜਾ ਬਜਟ ਆ ਉਹ ਇੱਕ ਦਿਨ ਅਖਬਾਰ ਦੇ ਵਿੱਚ ਇੱਕ ਵੱਡਾ ਸਾਰਾ ਅੰਕੜਾ ਦੇਖਣ ਤੱਕ ਹੁੰਦਾ ਸੀ ਕਿ ਇੰਨੇ ਲੱਖ ਕਰੋੜ ਜਿਹੜੇ ਨੇ ਆਏ ਨੇ ਤੇ ਇੰਨੇ ਲੱਖ ਕਰੋੜ ਜਿਹੜੇ ਗਏ ਨੇ ਤੇ ਇੰਨੇ ਲੱਖ ਕਰੋੜ ਦਾ ਜਿਹੜਾ ਵਿਆਜ ਆ, ਜਾਂ ਫਿਰ ਇੱਕ ਗ੍ਰਾਫ ਬਣਾ ਕੇ ਸਮਝਾ ਦਿੱਤਾ ਜਾਂਦਾ ਸੀ ਕਿ ਰੁਪਈਆ ਕਿੱਥੋਂ ਆਵੇਗਾ ਤੇ ਕਿੱਥੋਂ ਜਾਵੇਗਾ। ਜੇ ਤੁਸੀਂ ਖਰਚੇ ਦੀ ਇਸ਼ਤਿਹਾਰਬਾਜ਼ੀ ਦੀ ਗੱਲ ਕਰੋ ਤੇ ਰੋਜ਼ ਇਹੋ ਜਿਹੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਇਹ ਦਰਸਾਉਂਦੀਆਂ ਨੇ ਕਿ ਸਰਕਾਰਾਂ ਦਾ ਜਿਹੜਾ ਦਾਰੋ-ਮਦਾਰ ਆ, ਸਰਕਾਰਾਂ ਦਾ ਜਿਹੜਾ ਧਿਆਨ ਆ ਉਹ ਲੋਕਾਂ ਨੂੰ ਰੁਝਾਉਣ ਦੇ ਵਿੱਚ ਆ, ਬਹੁਤ ਸਾਰੀਆਂ ਚੀਜ਼ਾਂ ਤੋਂ ਉਲਝਾਉਣ ਦੇ ਵਿੱਚ ਆ, ਤੇ ਜਿਹੜੀ ਸੱਚਾਈ ਆ ਉਹਨੂੰ ਛੁਪਾਉਣ ਦੇ ਵਿੱਚ। ਸਵੱਛ ਭਾਰਤ ਮਿਸ਼ਨ ਦੀ ਫੋਟੋ ਸਾਡੇ ਸਾਹਮਣੇ ਪਹਿਲੀ ਵਾਰ ਜਾਰੀ ਹੋਈ ਸੀ ਮਹਾਤਮਾ ਗਾਂਧੀ ਦੇ ਜਨਮ ਦਿਨ ਦੇ, ਤੇ ਇੱਕ ਗਲੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕੁਝ ਪੱਤੇ ਸਾਫ਼ ਕਰਦੇ ਦਿਖਾਇਆ ਗਿਆ ਸੀ। ਉਸ ਤੋਂ ਬਾਅਦ ਫਿਰ ਜਾਣਕਾਰੀ ਆਈ ਕਿ ਉਸ ਪ੍ਰੋਜੈਕਟ ਦੀ ਐਡਵਰਟਾਈਜ਼ਮੈਂਟ ਦੇ ਉੱਤੇ ਹੀ ਕਿੰਨੇ ਹਜ਼ਾਰਾਂ ਕਰੋੜ ਜਿਹੜੇ ਖਰਚੇ ਗਏ। ਨਮਾਮੀ ਗੰਗੇ ਜਦੋਂ ਬਨਾਰਸ ਤੋਂ ਜਾ ਕੇ ਚੋਣ ਲੜਦੇ ਆ ਤੇ ਫਿਰ ਇਹ ਗੱਲ ਕਹਿੰਦੇ ਆ ਕਿ ਮੈਂ ਇੱਥੇ ਆਇਆ ਨਹੀਂ ਆ ਤੇ ਮੈਨੂੰ ਮਾਂ ਗੰਗਾ ਨੇ ਬੁਲਾਇਆ ਆ। ਇੱਕ ਜਿਹੜੀ ਗੱਲਬਾਤ ਦਾ ਅੰਦਾਜ਼ ਆ ਜਿਹੜਾ ਉਹ ਬੜਾ ਲੁਭਾਵਣਾ ਆ ਤੇ ਉਹ ਜਾਤੀ ਵਿਸ਼ੇਸ਼, ਧਰਮ ਵਿਸ਼ੇਸ਼ ਨੂੰ ਬਹੁਤ ਟੁੰਬਦਾ ਆ। ਬਹੁਤ ਸਾਰੇ ਅਲੰਕਾਰ ਉਹ ਆਪਣੇ ਭਾਸ਼ਣ 'ਚ ਵਰਤਦੇ ਨੇ ਜਿਹੜੇ ਸੁਣਨ ਨੂੰ ਬਹੁਤ ਚੰਗੇ ਲੱਗਦੇ ਨੇ। ਪਰ ਉਸੇ ਗੰਗਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਥੋਂ ਉਹ ਸ਼ੁਰੂ ਹੁੰਦੀ ਆ,
ਉੱਥੋਂ ਲੈ ਕੇ ਜਿੱਥੇ ਉਹ ਸਾਗਰ ਦੇ ਵਿੱਚ ਸੰਮਿਲਿਤ ਹੁੰਦੀ ਆ ਉੱਥੇ ਤੱਕ ਉਸ ਗੰਗਾ ਦੇ ਉਸ ਨਦੀ ਦੇ ਭਾਰਤ ਦੀ ਜਿਹੜੀ ਜਿਹਨੂੰ ਇਹ ਮਾਂ ਨਦੀ ਕਹਿੰਦੇ ਆ ਉਹਦੇ ਜਦੋਂ ਅਸੀਂ ਹਾਲਾਤ ਦੇਖਦੇ ਆ ਤੇ ਫਿਰ ਤਰਸ ਆਉਂਦਾ ਹੈ ਕਿ ਅਸੀਂ ਕਿੱਥੇ ਰਹਿ ਰਹੇ ਹਾਂ ਜੀ। ਅਸੀਂ ਆਪਣੀਆਂ ਜਿਹੜੀਆਂ ਰਾਸ਼ਟਰੀ ਧਰੋਹਰ ਆ ਜਿਹੜੀਆਂ ਸਾਡੇ ਜ਼ਿੰਦਗੀ ਦੀਆਂ ਲਾਈਫ ਲਾਈਨ ਆ ਪਾਣੀ ਤੋਂ ਬਿਨਾਂ ਕੁਝ ਸੰਭਵ ਨਹੀਂ ਆ ਉਹਨੂੰ ਵੀ ਅਸੀਂ ਜਦੋਂ ਦੇਖਦੇ ਆ ਉਹਦੇ ਹਾਲਾਤ ਤੇ ਫਿਰ ਲੱਗਦਾ ਆ ਕਿ ਇਹ ਗੱਲਾਂ ਵਧੀਆ ਕਰਦੇ ਨੇ ਪਰ ਕੰਮ ਜਿਹੜਾ ਉਹ ਬਿਲਕੁਲ ਨਹੀਂ ਸਹੀ ਕਰਦੇ ਜੀ। ਇਸੇ ਗੰਗਾ ਦੇ ਕਿਨਾਰੇ ਵਸੇ ਹੋਏ ਸ਼ਹਿਰਾਂ ਦੀ ਅਸੀਂ ਗੱਲ ਕਰਦੇ ਹਾਂ। ਕਾਨਪੁਰ ਇੱਕ ਵਾਰ ਜਾਣ ਦਾ ਮੌਕਾ ਮਿਲਿਆ, ਚਮੜੇ ਦਾ ਵੱਡਾ ਉਦਯੋਗ ਆ ਉੱਥੇ ਜੀ। ਉਹ ਸਾਰੀਆਂ ਟੈਨਰੀਜ਼ ਜਿਹੜੀਆਂ ਆ ਉਹ ਬੰਦ ਪਈਆਂ। ਉਹਨਾਂ ਬੰਦਿਆਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਜੀ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਟੈਨਰੀਜ਼ ਜਿਹੜੀਆਂ ਉਹ ਬੰਦ ਕਰੋ। ਜੀ। ਕਿਉਂ? ਕਿਉਂਕਿ ਉਹਦੇ ਜਿਹੜਾ ਪਾਣੀ ਨਿਕਲਦਾ ਆ ਉਹਨੂੰ ਤੁਸੀਂ ਗੰਗਾ 'ਚ ਨਹੀਂ ਛੱਡ ਸਕਦੇ। ਜੀ। ਬਿਲਕੁਲ ਠੀਕ ਗੱਲ ਆ, ਸਰਕਾਰ ਦੀ ਗੱਲ ਠੀਕ ਆ ਕਿ ਪਾਣੀ ਗੰਗਾ 'ਚ ਨਹੀਂ ਛੱਡਿਆ ਜਾਣਾ ਚਾਹੀਦਾ ਪਰ ਸਰਕਾਰ ਨੂੰ ਫਿਰ ਉੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਤਾਂ ਲਾਉਣਾ ਚਾਹੀਦਾ। ਫਿਰ ਉਹਨਾਂ ਨੇ ਦੱਸਿਆ ਕਿ ਜਿਹੜਾ ਉੱਥੇ ਵਾਟਰ ਟ੍ਰੀਟਮੈਂਟ ਪਲਾਂਟ ਹੈਗਾ ਆ ਉਹ ਇੰਨੀ ਛੋਟੀ ਕਪੈਸਿਟੀ ਦਾ ਆ ਕਿ ਉਹ ਇੱਕ ਦਿਨ ਵੀ ਨਹੀਂ ਚੱਲ ਸਕਦਾ। ਜੀ। ਟੈਨਰੀਜ਼ ਉੱਥੇ ਗਿਣਤੀ 'ਚ ਜ਼ਿਆਦਾ ਨੇ। ਜੀ। ਫਿਰ ਨਮਾਮੀ ਗੰਗੇ ਪ੍ਰੋਜੈਕਟ ਦੀ ਗੱਲ ਕਰਦੇ ਆ। ਮਿਨਿਸਟਰੀ ਬਣਾਈ ਗਈ, ਨਮਾਮੀ ਗੰਗੇ ਦੀ ਮਿਨਿਸਟਰ ਲਾਏ ਗਏ ਤੇ ਹਜ਼ਾਰਾਂ ਕਰੋੜ ਰੁਪਇਆ, ਜੀ, ਉਹ ਮੇਰਾ ਖਿਆਲ ਹੈ ਕੋਈ 40-50 ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਉਸ ਪ੍ਰੋਜੈਕਟ ਦੇ ਉੱਤੇ ਖਰਚ ਦਿੱਤਾ। ਤੇ ਤੁਸੀਂ ਜਿੱਥੋਂ ਸ਼ੁਰੂ ਹੁੰਦੀ ਆ ਗੰਗਾ ਜੇ ਕਿਤੇ ਯਾਤਰਾ ਕਰ ਲਓ ਉਹਦੀ ਜਿੱਥੇ ਤੱਕ ਜਾਂਦੀ ਆ ਤੇ ਇੱਕ ਇੰਚ ਵੀ ਕਦੇ ਉਹ ਸਾਫ਼ ਹੋਈ ਜਿਹੜੀ ਆ ਨਜ਼ਰ ਨਹੀਂ ਆਉਂਦੀ। ਜੀ। ਹੁਣ ਤੁਸੀਂ ਜਿਹੜੀ ਇਸ਼ਤਿਹਾਰਬਾਜ਼ੀ ਦੀ ਗੱਲ ਕੀਤੀ ਆ ਉਹ ਇਹ ਆ ਵੀ ਜਿੰਨੇ ਵੀ ਇਹ ਪ੍ਰੋਜੈਕਟ ਉਲੀਕਦੇ ਨੇ ਜੀ, ਉਹਨਾਂ ਪ੍ਰੋਜੈਕਟਸ ਨੂੰ ਫਿਰ ਪੋਪੂਲਰ ਕਰਨ ਲਈ, ਇਹ ਦੱਸਣ ਲਈ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ, ਜੀ, ਉਹਦੇ ਉੱਤੇ ਹਜ਼ਾਰਾਂ ਕਰੋੜ ਰੁਪਈਆ, ਸੈਂਕੜੇ ਕਰੋੜ ਰੁਪਈਆ ਜਿਹੜੇ ਆ ਖਰਚੇ ਜਾਂਦੇ ਨੇ ਪਰ ਉਹਦੇ ਚੋਂ ਲਾਭ ਕੀ ਆ? ਕੁਛ ਵੀ ਨਹੀਂ। ਨਹੀਂ, ਲਾਭ ਤਾਂ ਹੁੰਦਾ ਹੀ ਹੈ, ਕੁਰਸੀ ਮਿਲ ਜਾਂਦੀ ਹੈ। ਦੇਖੋ ਕੁਰਸੀ ਤਾਂ ਮਿਲ ਜਾਂਦੀ ਆ। ਫਿਰ ਤੁਸੀਂ ਕੋਵਿਡ ਦੇ ਦੌਰਾਨ ਜਦੋਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਇਹ ਗੱਲ ਕਹਿੰਦੀ ਆ ਕਿ ਸਾਡੇ ਕੋਲ ਮੁਆਵਜ਼ਾ ਦੇਣ ਲਈ ਪੈਸੇ ਨਹੀਂ ਹੈਗੇ, ਜੀ, ਫਿਰ ਸਾਨੂੰ ਯਾਦ ਆਉਂਦੇ ਨੇ ਲਾਲ ਬਹਾਦਰ ਸ਼ਾਸਤਰੀ ਕਿ ਜਦੋਂ ਉਹਨਾਂ ਨੇ ਕਿਸੇ ਵਿਦੇਸ਼ੀ ਦੌਰੇ ਤੇ ਜਾਣਾ ਸੀ ਤੇ ਉਹਨਾਂ ਦਾ ਪੀਏ ਉਹਨਾਂ ਨੂੰ ਕਹਿੰਦਾ ਕਿ ਸਰ ਤੁਹਾਡਾ ਜਿਹੜਾ ਕੁੜਤਾ ਆ ਉਹ ਫਟਿਆ ਹੋਇਆ ਤੇ ਤੁਸੀਂ ਵਿਦੇਸ਼ੀ ਦੌਰੇ ਤੇ ਜਾ ਰਹੇ ਆ। ਫਿਰ ਉਹਨੂੰ ਕਹਿੰਦੇ ਆ ਕਿ ਜਿੱਥੇ ਅਸੀਂ ਜਾ ਰਹੇ ਆ ਉੱਥੇ ਮੌਸਮ ਕਿਵੇਂ ਦਾ? ਕਹਿੰਦਾ ਬਹੁਤ ਠੰਡ ਆ। ਫਿਰ ਕਹਿੰਦੇ ਕੋਟ ਤਾਂ ਨਹੀਂ ਫਟਿਆ ਹੋਇਆ? ਕਹਿੰਦੇ ਨਹੀਂ। ਕਹਿੰਦਾ ਫਿਰ ਕੁੜਤਾ ਤੇ ਦਿਸਣਾ ਨਹੀਂ। ਜੀ। ਇੱਕ ਉਹ ਸੀ ਲੋਕ ਜੀ। ਤੇ ਇੱਕ ਅੱਜ ਦੇ ਲੋਕ ਨੇ ਜਿਹੜੇ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਸਾਡੇ ਕੋਲ ਸਾਧਨ ਨਹੀਂ ਹੈਗੇ ਤੇ ਜਦੋਂ ਪੈਸੇ ਖਰਚਣ ਦੀ ਗੱਲ ਆਉਂਦੀ ਆ, ਯੋਗੀ ਜਿਹੜੇ ਕਿ ਹਾਲਾਂਕਿ ਯੂਪੀ ਦੇ ਮੁੱਖ ਮੰਤਰੀ ਨੇ ਅਪ੍ਰੈਲ 20 ਤੋਂ ਲੈ ਕੇ ਮਾਰਚ 21 ਤੱਕ 160 ਕਰੋੜ ਰੁਪਈਆ ਉਹਨਾਂ ਨੇ ਯੂਪੀ ਦੇ ਵਿੱਚ ਸਿਰਫ ਆਪਣੀਆਂ ਜਿਹੜਾ ਪ੍ਰਚਾਰ ਪ੍ਰਸਾਰ ਲਈ ਖਰਚਿਆ। ਜੀ। ਤੇ ਫਿਰ ਜੇ ਇੰਨੇ ਪੈਸਿਆਂ ਨਾਲ ਉਹ ਸੰਸਕਾਰ ਸਾਰੇ ਹੋ ਜਾਂਦੇ ਤੇ 20-20 ਹਜ਼ਾਰ 30-30 ਹਜ਼ਾਰ ਰੁਪਈਆ ਸ਼ਮਸ਼ਾਨ ਘਾਟ ਦੇ ਵਿੱਚ ਲੋਕਾਂ ਨੇ ਬਾਲਣ ਦਾ ਇਹਨਾਂ ਤੋਂ ਮੰਗਿਆ ਤੇ 160 ਕਰੋੜ ਰੁਪਏ ਨਾਲ ਕੀ ਇਹ ਕੋਈ ਚੰਗਾ ਕੰਮ ਨਹੀਂ ਸੀ ਕਰ ਸਕਦੇ? ਅਸੀਂ ਬੀਤੇ ਦਿਨੀ ਇੱਕ ਦਿਨ ਇੱਕ ਗੱਲ ਪੜ੍ਹਦੇ ਪਏ ਸੀਗੇ, ਕਿਸੇ ਲੇਖਕ ਨੇ ਇਹ ਗੱਲ ਲਿਖੀ ਸੀ ਕਿ ਜੇ ਤੁਸੀਂ ਚੰਗਾ ਬਣਨਾ ਚਾਹੁੰਦੇ ਆ ਤੇ ਬਹੁਤ ਸਾਰੇ ਚੰਗੇ ਕੰਮ ਕਰੋ। ਬਿਲਕੁਲ ਠੀਕ। ਤੇ ਨਾਲ ਦੀ ਨਾਲ ਉਹਦੀ ਅਗਲੀ ਗੱਲ ਇਹ ਸੀ ਕਿ ਉਹਨਾਂ ਚੰਗੇ ਕੰਮਾਂ ਦਾ ਜੇ ਹੋ ਸਕੇ ਤਾਂ ਰੱਤੀ ਭਰ ਵੀ ਢੰਡੋਰਾ ਨਾ ਪਿੱਟੋ। ਜੀ। ਉਸ ਦਾਨੇਸ਼ਵਰ ਨੂੰ ਇਹ ਗੱਲ ਪਤਾ ਹੋਣੀ ਆ ਕਿ ਕਿਸੇ ਜ਼ਮਾਨੇ ਦੇ ਵਿੱਚ ਇਹਨਾਂ ਲੀਡਰਾਂ ਨੇ ਇਸ ਢੰਡੋਰਾ ਪਿੱਟਣ ਦੇ ਉੱਤੇ ਕਿੰਨੇ ਸਾਰੇ ਪੈਸੇ ਖਰਚ ਕਰਨੇ ਆ। ਜੀ। ਉਸ 160 ਕਰੋੜ ਦੇ ਵਿੱਚੋਂ ਇਹਨਾਂ ਨੇ 88 ਕਰੋੜ ਰੁਪਈਆ ਜਿਹੜਾ ਆ ਉਹ ਨੈਸ਼ਨਲ ਚੈਨਲਾਂ ਤੇ ਖਰਚਿਆ ਤੇ 71 ਕਰੋੜ ਰੁਪਈਆ ਜਿਹੜਾ ਆ ਉਹ ਖੇਤਰੀ ਚੈਨਲਾਂ ਦੇ ਉੱਤੇ ਯੂਪੀ ਦੇ ਵਿੱਚ ਖਰਚਿਆ। ਫਿਰ ਗੱਲ ਉਹੀ ਆਉਂਦੀ ਆ ਕਿ ਜਿਨ੍ਹਾਂ ਚੈਨਲਾਂ ਨੇ ਸਰਕਾਰ ਦੀ ਵਧਾਈ ਕੀਤੀ ਆ, ਜਿਨ੍ਹਾਂ ਚੈਨਲਾਂ ਨੇ ਸਰਕਾਰ ਦੀ ਡੁਗਡੁਗੀ ਵਜਾਈ ਆ, ਉਹਨਾਂ ਨੂੰ ਹੀ ਸਰਕਾਰੀ ਇਸ਼ਤਿਹਾਰ ਮਿਲਿਆ, ਉਹਨਾਂ ਨੂੰ ਹੀ ਪੈਸੇ ਮਿਲਿਆ ਤੇ ਜਿਹੜੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਛਾਪੇ ਮਿਲੇ ਆ, ਉਹਨਾਂ ਤੇ ਰੇਡਸ ਮਿਲੀਆਂ। ਇਦਾਂ ਹੀ ਜਦੋਂ ਇੱਕ ਹੋਰ ਆਰਟੀਆਈ ਦੀ ਇਨਫੋਰਮੇਸ਼ਨ PM ਸਾਹਿਬ ਦੇ ਬਾਰੇ ਮਿਲਦੀ ਆ, ਭਾਰਤ ਸਰਕਾਰ ਬਾਰੇ ਮਿਲਦੀ ਆ। ਭਾਰਤ ਸਰਕਾਰ ਬਾਰੇ ਤੇ ਬਹੁਤ ਵੱਡੀ ਇਨਫੋਰਮੇਸ਼ਨ ਹੋਣੀ ਆ ਕਿਉਂਕਿ ਉਹਨਾਂ ਦਾ ਸੂਚਨਾ ਤੇ ਪ੍ਰਸਾਰਣ ਮੰਤਰਾਲਿਆ ਹੈ ਜਾਂ ਹੋਰ ਬਹੁਤ ਸਾਰੇ ਮਿਨਿਸਟਰੀਆਂ ਨੇ। ਹਰ ਮਿਨਿਸਟਰੀ ਆਪਣੇ ਬਜਟ ਦੇ ਵਿੱਚ ਇੱਕ ਵੱਡਾ ਹਿੱਸਾ ਰੱਖਦੀ ਆ ਆਪਣੇ ਕੀਤੇ ਹੋਏ ਕੰਮਾਂ ਨੂੰ ਪ੍ਰਚਾਰ ਪ੍ਰਸਾਰ ਕਰਨ ਲਈ। ਇਸ ਇਨਫੋਰਮੇਸ਼ਨ 'ਚ ਆਉਂਦਾ ਵੀ 317 ਕਰੋੜ ਰੁਪਇਆ ਉਹਨਾਂ ਨੇ 19-20 ਦੇ ਵਿੱਚ ਟੈਲੀਵਿਜ਼ਨ ਚੈਨਲਾਂ ਨੂੰ ਦਿੱਤਾ। ਫਿਰ ਗੱਲ ਉਹੀ ਆ, ਜਿਹੜੇ ਚੈਨਲ ਉਹਨਾਂ ਦੀਆਂ ਕਮੀਆਂ ਉਹਨਾਂ ਦੇ ਸਾਹਮਣੇ ਰੱਖਦੇ ਨੇ ਜਾਂ ਜਿਹੜੇ ਅਖਬਾਰੀ ਅਦਾਰੇ ਉਹਨਾਂ ਨੂੰ ਕੋਸਦੇ ਨੇ, ਉਹਨਾਂ ਦੀਆਂ ਗਲਤ ਨੀਤੀਆਂ ਦਾ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਬਿਲਕੁਲ ਇਸ਼ਤਿਹਾਰ ਜਿਹੜਾ ਸਰਕਾਰੀ ਤੌਰ ਤੇ ਨਾਂ ਦੇ ਬਰਾਬਰ ਦਿੱਤਾ ਜਾਂਦਾ ਤੇ ਜਿਹੜੇ ਉਹਨਾਂ ਦਾ ਗੁਣਗਾਨ ਕਰਦੇ ਨੇ ਉਹ ਸਾਰਿਆਂ ਨੂੰ ਪਤਾ ਹੈ ਕਿ ਵੱਡੇ ਵੱਡੇ TV ਦੇ ਅਦਾਰੇ ਨੇ ਤੇ ਉਹਨਾਂ ਦੇ ਮਾਲਕ ਵੀ ਕਈਆਂ ਦੇ ਤਾਂ ਰਾਜ ਸਭਾ ਲੋਕ ਸਭਾ 'ਚ ਬੈਠੇ ਨੇ ਤੇ ਉਹਨਾਂ ਨੂੰ ਜਿਹੜੇ ਆ ਉਹ ਵੱਧ ਪੈਸੇ ਦਿੱਤੇ ਜਾਂਦੇ ਨੇ। ਜੇ ਤੁਸੀਂ ਬਹੁਤ ਚੰਗਾ ਕੰਮ ਕਰਦੇ ਆ ਤੇ ਤੁਸੀਂ ਪ੍ਰਚਾਰ ਪ੍ਰਸਾਰ ਕਰਦੇ ਆ ਤੇ ਗੱਲ ਸਮਝ ਲੱਗਦੀ ਆ ਪਰ ਇਹ ਜਿਹੜਾ ਪ੍ਰਚਾਰ ਪ੍ਰਸਾਰ ਆ ਉਹ ਸਿਰਫ ਲੋਕਾਂ ਨੂੰ ਅਵੇਅਰ ਕਰਨ ਤੱਕ ਹੋਣਾ ਚਾਹੀਦਾ, ਨਾ ਕਿ ਤੁਸੀਂ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾਓ। ਫਿਰ ਜੇ ਤੁਸੀਂ ਬਹੁਤ ਚੰਗਾ ਕੰਮ ਕਰਦੇ ਵੀ ਆ ਤੇ ਲੋਕਾਂ ਤੱਕ ਉਹ ਚੰਗਾ ਕੰਮ ਆਪੇ ਪਹੁੰਚਦਾ ਕਿਉਂਕਿ ਯੋਜਨਾਵਾਂ ਅੰਤ ਤੱਕ ਤਾਂ ਲੋਕਾਂ ਨਾਲ ਜੁੜੀਆਂ ਹੋਈਆਂ ਨੇ। ਬਿਲਕੁਲ। ਹਰ ਸ਼ਹਿਰ ਦੇ ਵਿੱਚ ਸਵੱਛ ਭਾਰਤ ਦੇ ਬੋਰਡ ਲਗਾਉਣ ਨਾਲੋਂ ਜੇ ਹਰ ਸ਼ਹਿਰ ਦੇ ਵਿੱਚ ਸਵੱਛ ਭਾਰਤ ਲਈ ਕੋਈ ਵਾਟਰ ਟ੍ਰੀਟਮੈਂਟ ਪਲਾਂਟ ਜਾਂ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਾਏ ਜਾਂਦੇ ਤੇ ਉਨੇ ਕੁ ਪੈਸਿਆਂ ਨਾਲ ਉਹ ਵੀ ਮਸਲਾ ਹੱਲ ਹੋ ਸਕਦਾ। ਪਰ ਇਹਨਾਂ ਦੀ ਜਿਹੜੀ ਪਾਲਿਸੀ ਆ ਉਹ ਇਹੀ ਜਾਣਨ ਜਾਂ ਜਿਹੜੇ ਇਹਨਾਂ ਦੇ ਸਲਾਹਕਾਰ ਨੇ ਉਹੀ ਦੱਸ ਸਕਦੇ ਨੇ। ਤੇ ਇਹ ਤਾਂ ਹੋ ਗਈ ਇਸ਼ਤਿਹਾਰਬਾਜ਼ੀ ਦੀ ਗੱਲਬਾਤ।
ਤੇ ਜੇ ਹੁਣ ਸਾਬਕਾ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤੇ ਉਹਨਾਂ ਨੇ 1991 ਦੇ ਵਿੱਚ ਇਹੋ ਜਿਹਾ ਬਜਟ ਪੇਸ਼ ਕੀਤਾ ਸੀ ਜਿਹਦੇ ਨਾਲ ਦੇਸ਼ ਵਿੱਚ ਉਦਾਰੀਕਰਨ ਲਈ ਨਵੇਂ ਰਾਹ ਖੁੱਲੇ ਸਨ ਤੇ ਅੱਜ ਉਹਦੇ 30 ਵਰ੍ਹੇ ਪੂਰੇ ਹੋ ਰਹੇ ਨੇ ਤੇ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਸਰਕਾਰ ਨੂੰ ਕੀ ਚੇਤਾਵਨੀ ਦਿੱਤੀ ਹੈ? ਬਿਲਕੁਲ ਪਰਮਿੰਦਰ ਜੀ, ਤੁਸੀਂ ਸਹੀ ਫਰਮਾਇਆ ਕਿ ਮਨਮੋਹਨ ਸਿੰਘ ਨੂੰ ਉਦਾਰੀਕਰਨ ਨੂੰ ਸ਼ੁਰੂ ਕੀਤਿਆਂ 30 ਸਾਲ ਹੋ ਗਏ ਨੇ। 1991 ਦੇ ਵਿੱਚ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਬਣੀ ਕਾਂਗਰਸ ਦੀ ਤੇ ਉਹਨਾਂ ਨੂੰ ਫਾਈਨਾਂਸ ਮਿਨਿਸਟਰੀ ਦੇ ਵਿੱਚ ਕਿਸੇ ਫਾਈਨਾਂਸਰ ਦੀ ਲੋੜ ਸੀ, ਕਿਸੇ ਇਕਨੋਮਿਕ ਮਾਹਰ ਦੀ ਲੋੜ ਸੀ ਤੇ ਉਹਨਾਂ ਨੇ ਫਿਰ ਮਨਮੋਹਨ ਸਿੰਘ ਨੂੰ ਲੱਭਿਆ। ਉਹ ਇੱਕ ਲੰਬੀ ਕਹਾਣੀ ਆ, ਜੇ ਕਿਸੇ ਦਿਨ ਫਿਰ ਉਹਦੀ ਵਾਰੀ ਜ਼ਿਕਰ ਕਰਾਂਗੇ ਕਿ ਕਿਵੇਂ ਮਨਮੋਹਨ ਸਿੰਘ ਰਾਜਨੀਤੀ 'ਚ ਆਏ, ਕਿੱਦਾਂ ਪੀ ਚਿਦੰਬਰਮ ਆਏ, ਕਿੱਦਾਂ ਮਨਟੇਕ ਸਿੰਘ ਆਹਲੂਵਾਲੀਆ ਜੀ ਆਏ। ਕੋਈ ਨਾ ਸ਼ਰਮਾ ਜੀ, ਇੱਥੇ ਆਪਾਂ ਵਿਸਥਾਰਿਤ ਪ੍ਰੋਗਰਾਮ ਕਰ ਲਾਂਗੇ ਕਿਸੇ। ਬਿਲਕੁਲ। ਤੇ ਜਿਸ ਦਿਨ ਮਨਮੋਹਨ ਸਿੰਘ ਨੇ ਆਪਣਾ ਪਹਿਲਾ ਭਾਸ਼ਣ ਪੜ੍ਹਿਆ ਤੇ ਉਹਨਾਂ ਨੇ ਇਸ ਭਾਸ਼ਣ ਨੂੰ ਇੱਕ ਵਿਕਟਰ ਹਿਊਗੋ ਦੇ ਇੱਕ ਫਰੇਜ਼ ਨਾਲ ਬੰਦ ਕੀਤਾ ਸੀਗਾ ਕਿ ਨੋ ਪਾਵਰ ਕੈਨ ਸਟਾਪ ਐਨ ਆਈਡੀਆ ਵੇਅਰ ਟਾਈਮ ਹੈਜ਼ ਕਮ। ਜੀ। ਉਸ ਵਿਚਾਰ ਨੂੰ ਕੋਈ ਰੋਕ ਨਹੀਂ ਸਕਦਾ ਜਿਹਦਾ ਸਮਾਂ ਆ ਗਿਆ ਹੋਵੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਭਾਰਤ ਦੇ ਵਿੱਚ ਵੱਡੇ ਬਦਲਾਵ ਦਾ ਸਮਾਂ ਆ ਗਿਆ ਹੈ। ਜੋ ਲਾਇਸੈਂਸ ਪ੍ਰਣਾਲੀ ਹੈ, ਕੋਈ ਵੀ ਕੰਮ ਕਰਨ ਲਈ ਸਰਕਾਰੀ ਦਖਲਅੰਦਾਜ਼ੀ ਹੈ, ਜੇ ਕੋਈ ਫੈਕਟਰੀ ਲਾਉਣੀ ਆ ਤਦ ਵੀ ਤੁਸੀਂ ਲਾਲ ਫੀਤਾਸ਼ਾਹੀ ਦੇ ਸ਼ਿਕਾਰ ਹੁੰਦੇ ਆ। ਹਰ ਕੰਮ ਲਈ ਸਰਕਾਰ ਕੋਲ ਜਾਣਾ ਪੈਂਦਾ ਤੇ ਸਰਕਾਰੀ ਅਦਾਰੇ ਜਿਹੜੇ ਉਹ ਵੱਡੇ ਸੀ ਤੇ ਪ੍ਰਾਈਵੇਟਾਈਜੇਸ਼ਨ ਦੀ ਜਿਹਨੂੰ ਤੁਸੀਂ ਕਹਿੰਦੇ ਆ ਲੋੜ ਸੀ। ਉਹਨਾਂ ਨੇ ਬਹੁਤ ਸਾਰੀਆਂ ਜਿਹੀਆਂ ਯੋਜਨਾਵਾਂ ਚਾਲੂ ਕੀਤੀਆਂ। ਭਾਰਤ ਦੇ ਆਰਥਿਕ ਜਿਹੜਾ ਸਿਸਟਮ ਸੀਗਾ ਉਹਦੇ 'ਚ ਬਹੁਤ ਵੱਡੀਆਂ ਤਬਦੀਲੀਆਂ ਲਿਆਂਦੀਆਂ ਜੀ। ਤੇ ਉਹਦੇ ਨਾਲ ਹੀ ਫਿਰ ਉਦੋਂ ਕਿਹਾ ਜਾਂਦਾ ਸੀਗਾ ਕਿ ਭਾਰਤ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਸੋਨਾ ਆ ਉਹ ਰਿਜ਼ਰਵ ਬੈਂਕ ਕੋਲ ਜਾਂ ਕਿਸੇ ਬਾਹਰਲੀ ਬੈਂਕ ਕੋਲ ਗਹਿਣੇ ਰੱਖ ਕੇ ਲੋਨ ਲਿਆ ਸੀ। ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਅਸੀਂ ਗੱਲਾਂ ਸੁਣਦੇ ਹਾਂ। ਪਰ ਮਨਮੋਹਨ ਸਿੰਘ ਨੇ 91 ਤੋਂ ਬਾਅਦ ਫਿਰ 91 ਤੋਂ ਲੈ ਕੇ ਲਗਭਗ ਜਿੰਨੀ ਦੇਰ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਉਹ ਫਾਈਨਾਂਸ ਮਿਨਿਸਟਰ ਵੀ ਰਹੇ ਤੇ 2 ਟਰਮਾਂ ਲਗਾਤਾਰ ਪ੍ਰਧਾਨ ਮੰਤਰੀ ਵੀ ਰਹੇ। ਹੋਰ ਕਿਸੇ ਗੱਲ ਲਈ ਉਹਨਾਂ ਦੀ ਨੁਕਤਾਚੀਨੀ ਬੇਸ਼ੱਕ ਕੀਤੀ ਜਾਂਦੀ ਰਹੀ ਹੋਵੇ, ਉਹਨਾਂ ਨੂੰ ਦੱਬੂ ਪ੍ਰਧਾਨ ਮੰਤਰੀ ਕਿਹਾ ਜਾਂਦਾ ਹੋਵੇ, ਉਹਨਾਂ ਨੂੰ ਗੂੰਗੇ ਕਿਹਾ ਜਾਂਦਾ ਹੋਵੇ, ਉਹਨਾਂ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਭਾਵੇਂ ਕਿਹਾ ਜਾਂਦਾ ਹੋਵੇ, ਜਿੰਨਾ ਕੁ ਵੀ ਪ੍ਰਚਾਰ ਉਹਨਾਂ ਲਈ ਦੁਸ਼ਪ੍ਰਚਾਰ ਸਰਕਾਰ ਜਾਂ ਵਿਰੋਧੀ ਪਾਰਟੀਆਂ ਨੇ ਕੀਤਾ, ਦੂਜੀਆਂ ਪਾਰਟੀਆਂ ਨੇ ਵੀ ਕੀਤਾ, ਆਪਣੀ ਪਾਰਟੀ ਦੇ ਕੁਝ ਲੋਕਾਂ ਨੇ ਵੀ ਕੀਤਾ, ਪਰ ਉਹਨਾਂ ਦੀ ਜਿਹੜੀ ਇਕਨੋਮਿਕ ਪਾਵਰ ਸੀ, ਜਿਹੜੀ ਉਹਨਾਂ ਕੋਲ ਇੱਕ ਸੂਝ ਸੀਗੀ ਆਰਥਿਕ ਮਾਮਲਿਆਂ ਨੂੰ ਲੈ ਕੇ, ਉਹਦੇ ਤੇ ਕਦੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ। ਤੇ ਅੱਜ ਉਹਨਾਂ ਨੇ ਇੱਕ ਅੰਗਰੇਜ਼ੀ ਦੀ ਅਖਬਾਰ ਨੂੰ ਇਹ ਗੱਲ ਦੱਸੀ ਕਿ 30 ਸਾਲ ਹੋ ਗਏ ਨੇ, ਭਾਰਤ ਨੇ ਉਹਨਾਂ 30 ਸਾਲਾਂ ਦੇ ਵਿੱਚ ਬਹੁਤ ਕੁਝ ਕਮਾਇਆ, ਬਹੁਤ ਕੁਝ ਹਾਸਲ ਕੀਤਾ ਕਿ ਜਿੰਨਾ ਅਸੀਂ ਆਰਥਿਕ ਉਦਾਰੀਕਰਨ ਕੀਤਾ ਸੀ ਉਹਦੇ ਵਿੱਚ ਭਾਰਤ ਵਿੱਚ ਬਹੁਤ ਸਾਰੇ ਪਰਿਵਰਤਨ ਹੋਏ। ਬਹੁਤ ਸਾਰੀਆਂ ਸਰਵਿਸ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਅਤੇ ਬਹੁਤ ਸਾਰਾ ਬਾਹਰੀ ਜਿਹੜਾ ਨਿਵੇਸ਼ ਸੀਗਾ ਉਹ ਵੀ ਭਾਰਤ ਵਿੱਚ ਹੋਇਆ। ਪਰ ਉਹਨਾਂ ਨੇ ਇੱਕ ਹੋਰ ਗੱਲ ਦੱਸੀ ਹੈ ਕਿ ਜੋ ਇਸ ਸਰਕਾਰ ਦਾ ਸਿਸਟਮ ਹੁਣ ਚੱਲ ਰਿਹਾ ਉਹਦੇ ਦੌਰਾਨ ਇਹ ਜਿਹੜਾ ਸਮਾਂ ਆ ਉਹ ਇੰਜੋਏ ਕਰਨ ਵਾਲਾ ਨਹੀਂ ਰਿਹਾ। ਇਹਦੇ 'ਚ ਬਹੁਤ ਸੰਭਲ ਕੇ ਬਹੁਤ ਸਾਰੀਆਂ ਚੇਂਜਸ ਹੋਰ ਲਿਆਉਣ ਦੀ ਲੋੜ ਆ, ਕਿਉਂਕਿ ਉਹਨਾਂ ਨੇ ਦੱਸਿਆ ਕਿ 91 ਤੋਂ ਵੀ ਬੁਰਾ ਦੌਰ ਜਿਹੜਾ ਉਹ ਸਾਡੇ ਸਾਹਮਣੇ ਆ। ਚਾਹੇ ਉਹਦੇ ਲਈ ਕਰੋਨਾ ਵੀ ਜ਼ਿੰਮੇਵਾਰ ਆ, ਚਾਹੇ ਉਹਦੇ ਲਈ ਹੋਰ ਵੀ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਹੋਣਗੇ, ਪਰ ਉਹਦੇ ਲਈ ਬੀਜੇਪੀ ਦੀ ਗਲਤ ਆਰਥਿਕ ਨੀਤੀਆਂ ਜਿਹੜੀਆਂ ਉਹ ਜ਼ਿਆਦਾਤਰ ਜ਼ਿੰਮੇਵਾਰ ਨੇ। ਇੱਕ ਸਮਾਂ ਸੀ 91 ਤੋਂ ਵੀ ਜੇ ਪਿੱਛੇ ਚੱਲ ਜਾਈਏ 1969 ਦੇ ਵਿੱਚ ਇੰਦਰਾ ਗਾਂਧੀ ਨੇ ਸਾਰੀਆਂ ਜਿਹੜੀਆਂ ਪ੍ਰਾਈਵੇਟ ਬੈਂਕਾਂ ਸੀ ਉਹਨਾਂ ਦਾ ਨੈਸ਼ਨਲਾਈਜੇਸ਼ਨ ਕੀਤਾ ਸੀ, ਰਾਸ਼ਟਰੀਕਰਨ ਕੀਤਾ ਸੀ ਤੇ ਵੱਡੀਆਂ ਬੈਂਕਾਂ ਬਣਾਈਆਂ ਸੀ। ਤੇ ਇਹ ਸਰਕਾਰ 69 ਤੋਂ ਬਾਅਦ ਤੁਸੀਂ ਸਾਲ ਗਿਣ ਲਓ 31 ਤੇ 21 52-53 ਸਾਲ ਬਾਅਦ ਉਹਨਾਂ ਸਾਰੀਆਂ ਬੈਂਕਾਂ ਨੂੰ ਹੁਣ ਫੇਰ ਤੋਂ ਨੈਸ਼ਨਲਾਈਜੇਸ਼ਨ ਤੋਂ ਪ੍ਰਾਈਵੇਟਾਈਜੇਸ਼ਨ ਵੱਲ ਤੋਰ ਰਹੀ ਹੈ। ਇਹ ਉਹਨਾਂ ਬੈਂਕਾਂ ਨੂੰ ਕਿਸ ਰੇਟ ਤੇ ਵੇਚ ਰਹੇ ਨੇ, ਜਦੋਂ ਅਸੀਂ ਇਕਨੋਮਿਕ ਮਾਹਰਾਂ ਨਾਲ ਗੱਲ ਕਰਦੇ ਹਾਂ ਤਾਂ ਫਿਰ ਉਸ ਜਿਹੜਾ ਆ ਉਹ ਜ਼ੀਰੋਆਂ ਜਿਹੜੀਆਂ ਉਹ ਦਿਮਾਗ 'ਚ ਘੁੰਮਣ ਲੱਗ ਜਾਂਦੀਆਂ ਨੇ। ਇੱਕ ਬੈਂਕ ਦੀਆਂ 10-10 ਹਜ਼ਾਰ ਸ਼ਾਖਾਵਾਂ ਨੇ, ਉਹਨਾਂ ਪ੍ਰਾਪਰਟੀਆਂ ਨੇ, ਉਹਨਾਂ ਦੀਆਂ ਐਸੈਟਸ ਨੇ, ਪਰ ਇਹ ਸਿਰਫ ਉਹਨਾਂ ਨੂੰ ਬਹੁਤ ਥੋੜੇ ਰੁਪਈਆਂ ਦੇ ਵਿੱਚ ਜਿਹੜੇ ਆ ਉਹ ਵੇਚਣ ਲਈ ਉਤਾਰੂ ਹੋਏ ਪਏ ਨੇ। LIC ਵਰਗੀਆਂ ਫਰਮਸ ਨੂੰ ਜਿਹੜੀ ਆ ਉਹਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਲਗਾ ਕੇ ਤੇ ਉਹਨਾਂ ਦਾ IPO ਲੈ ਕੇ ਆਉਣ ਦੀ ਜਿਹੜੀ ਆ ਉਹ ਗੱਲ ਹੋ ਰਹੀ ਹੈ। ਇੱਕ ਬੈਡ ਬੈਂਕ ਨਾਂ ਦੀ ਇੱਕ ਨਵੀਂ ਇਹਨਾਂ ਨੇ ਟਰਮ ਇਜਾਦ ਕਰ ਲਈ ਆ ਕਿ ਹਰ ਬੈਂਕ ਦਾ ਜਿਹੜਾ ਜਿੰਨਾ ਵੀ ਬੈਡ ਲੋਨ ਆ, ਜਿੰਨਾ ਵੀ NPA ਨਾਨ ਪ੍ਰੋਫਿਟੇਬਲ ਐਸੈਟਸ ਨੇ ਜਾਂ ਨਾਨ ਪੇਬਲ ਅਕਾਊਂਟਸ ਨੇ ਜਿਹੜੇ, ਉਹਨਾਂ ਨੂੰ ਇੱਕ ਬੈਡ ਬੈਂਕ 'ਚ ਸ਼ਿਫਟ ਕਰਕੇ ਉਸ ਬੈਂਕ ਨੂੰ ਸਾਫ਼ ਸੁਥਰੀ ਦਿਖਾ ਕੇ ਤੇ ਉਹਨੂੰ ਵੇਚਣ ਦੀ ਜਿਹੜੀ ਆ ਉਹ ਤਿਆਰੀ ਕੀਤੀ ਜਾ ਰਹੀ ਹੈ। ਉਹ ਬੈਡ ਬੈਂਕ ਜਿਹੜੇ ਬੈਡ ਲੋਨਸ ਨੇ, ਜਿਹੜੀ ਬਹੁਤ ਵੱਡੀ ਅਮਾਊਂਟ ਆ, ਉਹ ਫਿਰ ਮੁੜ ਕੇ ਸਰਕਾਰ ਦੇ ਖਾਤੇ ਪੈ ਜਾਣੀ ਹੈ। ਮਤਲਬ ਦੋਨੋਂ ਪਾਸੇ ਨੋਟਾਂ ਦੇ ਭੰਡਾਰ ਭਰਨਾ ਚਾਹੁੰਦੀ ਹੈ ਸਰਕਾਰ। ਬਹੁਤ ਨਾ ਸਮਝੀ ਵਾਲੀਆਂ ਜਿਹੜੀਆਂ ਆਰਥਿਕ ਨੀਤੀਆਂ ਉਹ ਲਾਗੂ ਕਰ ਰਹੇ ਨੇ। GDP ਦਾ ਬਹੁਤ ਬੁਰਾ ਹਾਲ ਆ, ਹਾਲਾਂਕਿ ਉਹਦੇ ਦੋਸ਼ ਇਹ ਕਰੋਨਾ ਤੇ ਲਾਉਂਦੇ ਨੇ, ਪਰ ਅਸੀਂ ਹੁਣੀ ਗੱਲ ਕੀਤੀ ਆ ਕਿ ਜਦੋਂ ਇਹਨਾਂ ਨੇ ਆਪਣੇ ਪ੍ਰਚਾਰ ਪ੍ਰਸਾਰ ਕਰਨੇ ਨੇ ਉਦੋਂ ਇਹਨਾਂ ਕੋਲ ਸੈਂਕੜੇ ਕਰੋੜਾਂ ਰੁਪਈਏ ਨੇ, ਤੇ ਜਦੋਂ ਫਿਰ IPOs ਆਉਣੇ ਆ ਤੇ ਫਿਰ ਵੱਡੀਆਂ ਅਦਾਰਿਆਂ ਨੂੰ ਵੇਚਣ ਦੀ ਤਿਆਰੀ ਆ। ਏਅਰਪੋਰਟਸ ਦੇ ਮਾਮਲੇ 'ਚ ਅਸੀਂ ਗੱਲ ਕੀਤੀ ਸੀ, ਵੱਡੇ ਦੇਸ਼ਾਂ ਦੇ ਕੋਲ ਆਪਣੀਆਂ 2-2 4-4 10-10 ਏਅਰਲਾਈਨਸ ਨੇ। ਇਹਨਾਂ ਕੋਲ ਕੁੱਲ ਮਿਲਾ ਕੇ ਦਿਖਾਉਣ ਲਈ ਇੱਕੋ ਹੀ ਇੱਕ ਏਅਰਲਾਈਨ ਆ ਤੇ ਉਹਨੂੰ ਵੀ ਇਹਨਾਂ ਨੇ ਕਾਦਾ ਟੋਕਰੀ 'ਚ ਪਾ ਕੇ ਵੇਚਣ ਨੂੰ ਰੱਖਿਆ, ਪਰ ਉਹਦਾ ਖਰੀਦਦਾਰ ਕੋਈ ਨਹੀਂ।
ਤੇ ਸ਼ਰਮਾ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਮੁੜ ਤੋਂ ਸਵਾਗਤ ਕਰਦੇ ਹਾਂ। ਤੇ ਸ਼ਰਮਾ ਜੀ ਗੱਲਬਾਤ ਪੈਸੇ ਤੋਂ ਵਾਪਸ ਪਰਤੀਏ, ਕਿਸਾਨੀ ਮੁੱਦੇ ਵੱਲ ਆਈਏ। ਤੇ ਕਿਸਾਨ ਸੰਸਦ ਚੱਲ ਰਹੀ ਸੀ, ਸ਼ਨੀ ਤੇ ਐਤਵਾਰ ਸੰਸਦ ਵੀ ਬੰਦ ਹੈ ਤੇ ਸੈਸ਼ਨ ਵੀ ਕਿਸਾਨਾਂ ਦਾ ਬੰਦ ਹੈ। ਪਰ ਕੱਲ ਚਰਚਾ ਜਿਹੜੀ ਹੋਈ ਖੇਤੀ ਮੰਤਰੀ ਦੇ ਅਸਤੀਫੇ ਦੀ, ਉਹ ਭਲਾ ਕੀ ਮਾਮਲਾ ਸਾਰਾ? ਤੁਹਾਨੂੰ ਮੈਂ ਇੱਕ ਅੰਗਰੇਜ਼ੀ ਦੀ ਇੱਕ ਹੋਰ ਲਾਈਨ ਸੁਣਾਵਾਂ। ਰੋਬਰਟ ਫਰੋਸਟ ਦੀ ਇੱਕ ਪੋਇਮ ਸੀ, ਬਟ ਆਈ ਹੈਵ ਪ੍ਰੋਮਿਸ ਟੂ ਕੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ। ਬਹੁਤ ਸਾਰੇ ਪੱਤਰਕਾਰ ਜਿਹੜੇ ਨੇ ਜਾਂ ਬਹੁਤ ਸਾਰੇ ਨੈਸ਼ਨਲ ਮੀਡੀਆ ਦੇ ਲੋਕ ਨੇ, ਉਹ ਇਹ ਕਹਿ ਰਹੇ ਨੇ, ਇਹ ਬਿਆਨਬਾਜ਼ੀ ਕਰ ਰਹੇ ਨੇ ਕਿ ਕਿਸਾਨ ਅੰਦੋਲਨ ਜਿਹੜਾ ਆ ਉਹ ਥੱਕ ਗਿਆ ਜੀ ਤੇ ਇਹ ਹੁਣ ਕਮਜ਼ੋਰ ਹੋ ਰਿਹਾ ਜੀ। ਪਰ ਹਰ ਨਵੀਂ ਯੋਜਨਾ, ਹਰ ਨਵੀਂ ਘਟਨਾ, ਜੋ ਵੀ ਕਿਸਾਨ ਅੰਦੋਲਨ ਦੇ ਜਿਹੜੇ ਲੀਡਰ ਨੇ ਉਹ ਸੋਚਦੇ ਨੇ, ਉਲੀਕਦੇ ਨੇ, ਉਹ ਕਿਸਾਨ ਅੰਦੋਲਨ ਨੂੰ ਇਸ ਕਵਿਤਾ ਦੀ ਲਾਈਨ ਵਾਂਗ ਹੋਰ ਤਿੱਖਾ ਕਰਦੇ ਨੇ। ਉਹ ਯਾਦ ਕਰਾਉਂਦੇ ਨੇ ਉਸ ਕਵੀ ਦੀ ਲਾਈਨ ਨੂੰ ਕਿ ਆਈ ਹੈਵ ਟੂ ਗੋ ਮਾਈਲਸ ਬਿਫੋਰ ਆਈ ਸਲੀਪ, ਕਿ ਮੈਂ ਹਾਲੇ ਬਹੁਤ ਦੂਰ ਜਾਣਾ ਹੈ ਇਸ ਤੋਂ ਪਹਿਲਾਂ ਕਿ ਮੈਂ ਸੌਵਾਂ, ਇਸ ਤੋਂ ਪਹਿਲਾਂ ਕਿ ਮੈਂ ਆਰਾਮ ਕਰਾਂ। ਕਿਸਾਨ ਸੰਸਦ ਜਿਹੜੀ ਆ ਉਹਦੇ ਵਿੱਚ ਖੇਤੀ ਮੰਤਰੀ ਨੇ ਕੱਲ ਅਸਤੀਫਾ ਦਿੱਤਾ। ਉਹ ਇੱਕ ਵਿਰੋਧ ਕਰਨ ਦਾ ਤਰੀਕਾ ਉਹਨਾਂ ਨੇ ਬਣਾਇਆ ਹੋਇਆ। ਉੱਥੇ ਇੱਕ ਬਿਲਕੁਲ ਸੰਸਦ ਦੇ ਨੇੜੇ ਹੀ, ਪਾਰਲੀਮੈਂਟ ਦੇ 500 ਮੀਟਰ ਦੇ ਨੇੜੇ ਤੇੜੇ ਯੰਤਰ ਮੰਤਰ ਦੇ ਉੱਤੇ ਉਹ ਬੈਠੇ ਨੇ 200 ਬੰਦੇ। ਉੱਥੇ ਉਹਨਾਂ ਨੇ ਇੱਕ ਬੰਦੇ ਨੂੰ ਆਪਣੇ ਵਿੱਚੋਂ ਹੀ ਸਪੀਕਰ ਬਣਾਇਆ ਹੋਇਆ, ਜਿਹੜੇ ਹਰਿਆਣਾ ਤੋਂ ਨੇ। ਉਹ ਪਹਿਲਾਂ ਵਿਧਾਇਕ ਰਹਿ ਚੁੱਕੇ ਨੇ 2-3 ਵਾਰ ਦੇ, ਫਿਰ ਇੱਕ ਨੂੰ ਸਪੀਕਰ ਬਣਾਉਂਦੇ ਨੇ ਤੇ ਇੱਕ ਨੂੰ ਡਿਪਟੀ ਸਪੀਕਰ ਬਣਾਉਂਦੇ ਨੇ। ਫਿਰ ਉਹਦੇ ਵਿੱਚੋਂ ਇੱਕ ਆਪਣੇ ਹੀ ਬੰਦੇ ਨੂੰ ਕਿਸਾਨ ਮੰਤਰੀ, ਖੇਤੀਬਾੜੀ ਮੰਤਰੀ ਬਣਾਇਆ ਤੇ ਉਹਨੂੰ ਬਹੁਤ ਸਾਰੇ ਲੋਕਾਂ ਨੇ ਸਵਾਲ ਦਿੱਤੇ। ਉਹਨਾਂ ਸਵਾਲਾਂ ਦੇ ਉਹਨੇ ਜਵਾਬ ਦਿੱਤੇ, ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਉਹ ਸਵਾਲ ਜਿਹੜੇ ਨੇ ਠੀਕ ਨੇ ਪਰ ਜਵਾਬ ਠੀਕ ਨਹੀਂ ਆਏ, ਫਿਰ ਉਸ ਖੇਤੀ ਮੰਤਰੀ ਦਾ ਐਕਟ ਨਿਭਾ ਰਹੇ ਬੰਦੇ ਨੇ ਆਪਣਾ ਅਸਤੀਫਾ ਦਿੱਤਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਰਕਾਰ ਨੂੰ ਚੇਤਾਉਣ ਲਈ ਨੇ, ਸਰਕਾਰ ਨੂੰ ਦਿਖਾਉਣ ਲਈ ਨੇ, ਸਰਕਾਰ ਨੂੰ ਸਮਝਾਉਣ ਲਈ ਨੇ। ਜਦੋਂ ਕਿਸਾਨ ਆਗੂਆਂ ਦੇ ਲੀਡਰਾਂ ਨਾਲ ਗੱਲ ਕਰਦੇ ਨੇ ਪੱਤਰਕਾਰ, ਤੇ ਉਹ ਕਹਿੰਦੇ ਨੇ ਕਿ ਅਸੀਂ ਇਸ ਕਰਕੇ ਇਸ ਗੱਲ ਨੂੰ ਲੈ ਕੇ ਆਏ ਹਾਂ ਇੱਥੇ ਤੱਕ ਕਿ ਸੰਸਦ ਦੇ ਨੇੜੇ ਜਾ ਕੇ ਅਸੀਂ ਬੋਲਾਂਗੇ ਤੇ ਇਹ ਸਾਡੀ ਗੱਲ ਸਮਝਣਗੇ। ਦੂਸਰੀ ਗੱਲ ਉਹਨਾਂ ਨੇ ਇਹ ਦੱਸੀ ਕਿ ਅਸੀਂ ਬੰਦ ਕਮਰੇ ਦੇ ਵਿੱਚ, ਵਿਗਿਆਨ ਭਵਨ ਦੇ ਵਿੱਚ ਇਹਨਾਂ ਲੀਡਰਾਂ ਨੂੰ ਬਹੁਤ ਵਾਰ ਸਮਝਾਇਆ, ਪਰ ਇਹਨਾਂ ਨੂੰ ਸਮਝ ਨਹੀਂ ਆਈ। ਹੁਣ ਅਸੀਂ ਫਿਰ ਮੀਡੀਆ ਦੇ ਸਾਹਮਣੇ ਇੱਕ ਵਾਰ ਸਾਰੀਆਂ ਗੱਲਾਂ ਸਮਝਾ ਰਹੇ ਹਾਂ, ਲੋਕਾਂ ਸਾਹਮਣੇ ਪਹਿਲਾਂ ਵੀ ਰੱਖੀਆਂ ਤੇ ਇੱਕ ਵਾਰ ਫਿਰ ਰੱਖ ਰਹੇ ਹਾਂ ਕਿ ਸ਼ਾਇਦ ਇਹ ਇਸ ਗੱਲ ਨੂੰ ਸਮਝ ਲੈਣ। ਤੇ ਤੀਸਰੀ ਗੱਲ ਇਹ ਵੀ ਆ ਕਿ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਨਾ ਤਾਂ ਅੱਕੇ ਨੇ ਤੇ ਨਾ ਥੱਕੇ ਨੇ। ਉਹ ਆਪਣੇ ਹੱਕਾਂ ਲਈ ਖੜੇ ਨੇ ਤੇ ਲੜਨਗੇ ਜਿੰਨੀ ਦੇਰ ਤੱਕ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਨਹੀਂ ਹੁੰਦਾ। ਅਸੀਂ ਹੁਣੇ ਗੱਲ ਕਰਦੇ ਸੀ ਕਾਰਪੋਰੇਟਸ ਦੀ ਤੇ ਪ੍ਰਾਈਵੇਟਾਈਜੇਸ਼ਨ ਦੀ ਤੇ ਆਰਥਿਕ ਉਦਾਰੀਕਰਨ ਦੀ, ਪਰ ਉਹਦੇ ਨਾਲ ਨਾਲ ਜਦੋਂ ਅਸੀਂ ਖੇਤੀ ਸੈਕਟਰ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਬਹੁਤ ਕੁਝ ਪਰਮਿੰਦਰ ਜੀ ਅਜਿਹਾ ਹੈ ਜਿਹੜਾ ਸਰਕਾਰ ਨੂੰ ਕਰਨ ਦੀ ਲੋੜ ਆ। ਤੇ ਸਿਰਫ ਤੋਮਰ ਵਾਂਗ ਜਾਂ ਖੇਤੀ ਮੰਤਰੀ ਵਾਂਗ ਜਾਂ ਬੀਜੇਪੀ ਦੇ ਰਟੇ ਰਟਾਏ ਬਿਆਨਾਂ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਕਿਸਾਨ ਸੰਸਦ ਜਿਹੜਾ ਆ ਇੱਕ ਚੰਗਾ ਉਦਮ ਆ, ਕਿਸਾਨਾਂ ਵੱਲੋਂ ਵਿਰੋਧ ਕਰਨ ਦਾ ਤਰੀਕਾ ਵੀ ਹੈ ਤੇ ਸਾਰੀ ਦੁਨੀਆ ਇਹਨੂੰ ਦੇਖ ਵੀ ਰਹੀ ਹੈ। ਜੇ ਇਸ ਤੋਂ ਬਾਅਦ ਹੋਰ ਗੱਲ ਕਰੀਏ, ਨਿਊਜ਼ੀਲੈਂਡ ਦੀ ਸੰਸਦ ਇੱਥੇ ਚਰਚਾ ਕਰ ਚੁੱਕੀ ਹੈ, ਆਸਟ੍ਰੇਲੀਆ ਦੀ ਸੰਸਦ ਇੱਥੇ ਚਰਚਾ ਕਰ ਚੁੱਕੀ ਹੈ, ਇੰਗਲੈਂਡ ਦੀ ਸੰਸਦ ਦੇ ਵਿੱਚ ਇਸ ਗੱਲ ਤੇ ਚਰਚਾ ਹੋ ਚੁੱਕੀ ਹੈ, ਅਮਰੀਕਾ ਦੇ ਵਿੱਚ ਇਹਦੀ ਚਰਚਾ ਹੋ ਚੁੱਕੀ। 3000 ਤੋਂ ਵੱਧ ਅਮਰੀਕਾ ਦੇ ਜਿਹੜੇ ਖੇਤੀਮਾਰ ਨੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਭਾਰਤ ਦੇ ਕਿਸਾਨ ਗੱਲ ਕਰ ਰਹੇ ਨੇ ਉਹ ਠੀਕ ਆ। ਸਾਰੇ ਦੁਨੀਆ ਦੇ ਲੋਕਾਂ ਨੇ ਇਹ ਗੱਲ ਮੰਨੀ ਹੈ ਕਿ ਖੇਤੀ ਦਾ ਜਿਹੜਾ ਮਾਡਲ ਆ ਉਹਨੂੰ ਬਦਲਣ ਦੀ ਲੋੜ ਆ। ਖੇਤੀ ਦੇ ਵਿੱਚੋਂ ਕਾਰਪੋਰੇਟ ਸੈਕਟਰ ਨੂੰ ਬਾਹਰ ਕਰਨਾ ਪਊਗਾ ਜਾਂ ਫਿਰ ਉਹਦੇ ਤੇ ਕੁਝ ਚੈੱਕ ਇਹੋ ਜਿਹੀਆਂ ਲਾਉਣੀਆਂ ਪੈਣਗੀਆਂ ਤਾਂ ਜੋ ਜਿਹੜੀਆਂ ਫੂਡ ਕ੍ਰਾਈਸਿਸ ਨਾ ਆਉਣ ਤੇ ਹਰ ਚੀਜ਼ ਦੇ ਉੱਤੇ ਜਿਹੜਾ ਆ ਕਾਰਪੋਰੇਟ ਸੈਕਟਰ ਜਿਹੜਾ ਉਹ ਭਾਰੂ ਨਾ ਹੋਵੇ। ਪਰ ਸਰਕਾਰ ਜਿਹੜੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਬਜਿੱਦ ਹੋਈ ਪਈ ਆ। ਦੋਨੋਂ ਹੀ ਧਿਰਾਂ ਜਿਹੜੀਆਂ ਆ ਬਿਲਕੁਲ ਅਡਿੱਗ ਹੋਈਆਂ ਪਈਆਂ। ਪਰ ਸਟੇਟਸਮੈਨ ਦਾ ਜਿਹੜਾ ਫਰਜ਼ ਆ ਕਿ ਉਸ ਨੂੰ ਲੋਕਾਂ ਦੀ ਗੱਲ ਦੇ ਨਾਲ ਸਹਿਮਤ ਹੋਣਾ ਚਾਹੀਦਾ। ਦੂਸਰੀ ਗੱਲ ਤੁਸੀਂ ਕੀਤੀ ਸੰਸਦ ਦੀ, ਜਿਹੜੀ ਲੋਕ ਸਭਾ ਤੇ ਰਾਜ ਸਭਾ 'ਚ ਮੌਨਸੂਨ ਸੈਸ਼ਨ ਚੱਲਦਾ, ਉੱਥੇ ਬਹੁਤ ਦਿਨਾਂ ਤੋਂ ਜਿਹੜਾ ਪੈਗਾਸਸ ਦਾ ਮੁੱਦਾ ਆ, ਮਹਿੰਗਾਈ ਦਾ ਮੁੱਦਾ ਆ ਤੇ ਕਿਸਾਨਾਂ ਦਾ ਜਿਹੜਾ ਮੁੱਦਾ ਆ ਉਹ ਭਾਰੀ ਪਿਆ ਹੋਇਆ। ਉੱਥੇ ਕੋਈ ਕੰਮਕਾਰ ਜਿਹੜਾ ਉਹ ਬਿਲਕੁਲ ਨਹੀਂ ਹੋ ਰਿਹਾ। ਹਾਲਾਂਕਿ ਅਸੀਂ ਇਸ ਗੱਲ ਦੇ ਪੱਖ ਦੇ ਵਿੱਚ ਆ ਕਿ ਜਦੋਂ ਸੰਸਦ ਲੱਗਦੀ ਆ ਪਹਿਲਾਂ ਤੇ ਬਹੁਤ ਥੋੜੇ ਦਿਨਾਂ ਲਈ ਸੈਸ਼ਨ ਹੁੰਦੇ ਆ, ਹੁਣ ਪਹਿਲਾਂ ਬਹੁਤ ਲੰਬੇ ਹੁੰਦੇ ਸੀ। ਪਰ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਵਿਖਮਤਾਵਾਂ ਨੇ, ਬਹੁਤ ਤਰ੍ਹਾਂ ਦੇ ਲੋਕ ਨੇ, ਬਹੁਤ ਤਰ੍ਹਾਂ ਦੀਆਂ ਜ਼ਮੀਨ ਆ, ਬਹੁਤ ਤਰ੍ਹਾਂ ਦੀਆਂ ਭਾਸ਼ਾਵਾਂ ਨੇ, ਬਹੁਤ ਸਾਰੇ ਧਰਮ ਨੇ, ਜਾਤੀਆਂ ਨੇ, ਇੱਥੇ ਤੇ ਜਿਹੜੀ ਸੰਸਦ ਆ ਉਹ ਬਹੁਤ ਲੰਬਾ ਟਾਈਮ ਚੱਲਣੀ ਚਾਹੀਦੀ ਹੈ। ਸਮੱਸਿਆਵਾਂ ਬਹੁਤ ਅਲੱਗ-ਅਲੱਗ ਨੇ, ਉਹਨਾਂ ਨੂੰ ਰਿੜਕਣ ਲਈ, ਉਹਨਾਂ ਦਾ ਵਿਸ਼ਲੇਸ਼ਣ ਕਰਨ ਲਈ, ਉਹਨਾਂ ਦਾ ਮੁਲਾਂਕਣ ਕਰਨ ਲਈ, ਉਹਨਾਂ ਦੇ ਵਿੱਚੋਂ ਤੱਥਾਂ ਨੂੰ ਕੱਢਣ ਲਈ ਚੰਗੇ ਸਮੇਂ ਦੀ ਲੋੜ ਆ ਜਿਹੜਾ ਕਿ ਪਾਰਲੀਮੈਂਟੇਰੀਅਨਸ ਵੱਲੋਂ ਦਿੱਤਾ ਜਾਣਾ ਚਾਹੀਦਾ। ਪਰ ਅਸੀਂ ਅਕਸਰ ਦੇਖਦੇ ਹਾਂ ਕਿ ਇੱਥੇ 2-3 ਚੀਜ਼ਾਂ ਹੀ ਹੁੰਦੀਆਂ ਨੇ। ਵਿਰੋਧ ਹੋ ਗਿਆ ਜੀ, ਬਾਈਕਾਟ ਹੋ ਗਿਆ ਜੀ, ਧਵਨੀ ਮਤ ਨਾਲ
ਵੋਟ ਮਤ ਨਾਲ ਹੱਥ ਖੜੇ ਕਰਕੇ ਬਿੱਲ ਪਾਸ ਹੋ ਗਿਆ। ਬਿੱਲਾਂ ਦੇ ਉੱਤੇ ਜਿਹੜੀ ਸਾਰਥਕ ਚਰਚਾ ਆ, ਨਵੇਂ ਕਾਨੂੰਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਆ, ਉਹ ਅਕਸਰ ਜਿਹੜੀ ਆ ਉਹ ਰੌਲੇ ਗੋਲੇ 'ਚ ਦੱਬ ਕੇ ਰਹਿ ਜਾਂਦੀ ਆ ਤੇ ਹੁੰਦਾ ਕੁਝ ਨਹੀਂ ਜੀ। ਤੇ ਸ਼ਰਮਾ ਜੀ, ਇਸ ਤੋਂ ਬਾਅਦ ਜੇ ਗੱਲ ਕਰੀਏ ਪੰਜਾਬ ਵੱਲ ਆਈਏ, ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਪਿਛਲੇ ਕਾਫੀ ਦਿਨਾਂ ਤੋਂ ਭਖਿਆ ਹੋਇਆ ਸੀ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣੇਗਾ ਜਾਂ ਨਹੀਂ। ਜੇ ਬਣ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਉਸ ਦੇ ਸਮਾਗਮ 'ਚ ਜਾਣਗੇ ਕਿ ਨਹੀਂ, ਇਹ ਸਾਰੀ ਚਰਚਾ ਕੱਲ ਵਿਰਾਮ ਲੱਗ ਗਿਆ। ਕੈਪਟਨ ਅਮਰਿੰਦਰ ਸਿੰਘ ਪਹੁੰਚ ਗਏ, ਪਰ ਮੀਡੀਆ ਤੰਤਰ ਨੇ ਜੋ ਦੇਖਿਆ, ਮਤਲਬ ਮਿਲਣਾ ਸੀ, ਅੱਖਾਂ ਦਾ ਮਿਲਣਾ ਨਹੀਂ ਸੀ, ਬਸ ਕੁਰਸੀਆਂ ਦਾ ਮਿਲਣਾ ਜ਼ਰੂਰ ਸੀ। ਇਸ ਸਾਰੇ ਮਾਮਲੇ ਨੂੰ ਤੁਸੀਂ ਹੁਣ ਇਸ ਵੇਲੇ ਕਿਵੇਂ ਦੇਖਦੇ ਹੋ? ਪਰਮਿੰਦਰ ਜੀ, ਪੰਜਾਬ ਦੀ ਸਿਆਸਤ ਦੀ ਤੁਸੀਂ ਗੱਲ ਕੀਤੀ ਹੁਣੇ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਕਾਂਗਰਸ ਦੇ ਵਿੱਚ ਤੇ ਉਥਲ-ਪੁਥਲ ਮਚਿਆ ਹੀ ਹੋਇਆ ਸੀ। ਪੰਜਾਬ ਦੀ ਸਿਆਸਤ ਇਸ ਕਰਕੇ ਗਰਮ ਆ ਕਿ ਫਰਵਰੀ 22 ਜਿਹੜੀ ਉਹ ਨੇੜੇ ਆ ਰਹੀ ਹੈ ਜੀ। ਕੱਲੀ ਪੰਜਾਬ ਦੀ ਨਹੀਂ ਗਰਮ, ਜਿੰਨੀ ਕੁ ਸਿਆਸਤ ਪੰਜਾਬ ਦੀ ਗਰਮ ਆ, ਉਨੀ ਗੋਆ ਦੀ ਤੇ ਉੱਤਰਾਖੰਡ ਦੀ ਤੇ ਯੂਪੀ ਦੀ ਤੇ ਮਣੀਪੁਰ ਦੀ ਵੀ ਗਰਮ। ਮਤਲਬ ਜਿੱਥੇ-ਜਿੱਥੇ ਚੋਣਾਂ ਨੇ, ਚੋਣਾਂ ਲੀਡਰ ਕਹਿੰਦੇ ਨੇ ਕਿ ਸਾਡੇ ਲਈ ਇਹ ਤਿਉਹਾਰ ਵਰਗੀਆਂ ਨੇ, ਵਿਆਹ ਵਰਗੀਆਂ ਨੇ। ਤੇ ਫਿਰ ਵਿਆਹ ਹੋਵੇ ਚਾਹੇ ਤਿਉਹਾਰ, ਤਿਆਰੀਆਂ ਕੁਝ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹ ਵੱਡੇ ਤਿਉਹਾਰ ਨੇ ਤੇ ਤਿਆਰੀਆਂ ਵੀ ਉਨੀਆਂ ਵੱਡੀਆਂ ਨੇ ਜੀ। ਸਿੱਧੂ ਸਾਹਿਬ ਨੂੰ ਪਾਰਟੀ ਪ੍ਰਧਾਨ ਕਿੱਦਾਂ ਬਣੇ ਉਹਦੇ ਲਈ ਅਸੀਂ ਬਹੁਤ ਵਾਰ ਚਰਚਾ ਕਰ ਚੁੱਕੇ ਹਾਂ, ਪਰ ਅਲਟੀਮੇਟਲੀ ਕੱਲ ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਸ ਤੋਂ ਬਾਅਦ 2-3 ਤਰੀਕੇ ਦੀਆਂ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਨਜ਼ਰ ਆਈਆਂ। ਜਿਹੜੀ ਤੁਸੀਂ ਗੱਲ ਕੀਤੀ ਕਿ ਕੁਰਸੀਆਂ ਹੀ ਮਿਲੀਆਂ, ਦਿਲ ਨਹੀਂ ਮਿਲੇ, ਪਰ ਦੋ ਰੁੱਖ ਮੈਨੂੰ ਕੱਲ ਜਿਹੜੇ ਪਰਿਵਰਤਿਤ ਲੱਗੇ, ਦੋਨਾਂ 'ਚ ਬਦਲਾਵ ਨਜ਼ਰ ਆਇਆ। ਸਿੱਧੂ ਉਵੇਂ ਦੇ ਉਵੇਂ ਹੀ ਸੀ, ਹੋਰ ਤੇਜ਼ ਨਜ਼ਰ ਆਏ। ਉਹਨਾਂ ਨੇ ਕੈਪਟਨ ਸਾਹਿਬ ਦੇ ਬੈਠਿਆਂ ਉਹ ਸਾਰੇ ਮੁੱਦੇ ਗਿਣਾਏ ਜਿਹੜੇ ਕੈਪਟਨ ਸਾਹਿਬ ਨੇ ਆਪਣੇ ਪਿਛਲੇ 4-4.5 ਸਾਲਾਂ 'ਚ ਹੱਲ ਨਹੀਂ ਕੀਤੇ। ਜਦੋਂ ਉੱਠ ਕੇ ਉਹ ਭਾਸ਼ਣ ਦੇਣ ਵੀ ਗਏ, ਉਦੋਂ ਵੀ ਜਿਹੜਾ ਉਹਨਾਂ ਨੇ ਆਪਣਾ ਇੱਕ ਬੋਡੀ ਲੈਂਗੁਏਜ ਦਿਖਾਇਆ, ਬੈਟਸਮੈਨ ਵਾਲਾ ਇੱਕ ਛੱਕਾ ਜਿਹੜਾ ਉਹਨਾਂ ਨੇ ਸ਼ਾਟ ਮਾਰਿਆ ਆਪਣੇ ਹੱਥਾਂ ਨੂੰ ਜੋੜ ਕੇ, ਬਜਾਏ ਇਸ ਦੇ ਪੱਤਰਕਾਰ ਜਾਂ ਸਾਰੇ ਭਾਈਚਾਰਾ ਜਿਹੜਾ ਉਹਨਾਂ ਨੂੰ ਦੇਖ ਰਿਹਾ ਸੀ, ਤੁਸੀਂ ਜਾਂ ਅਸੀਂ ਸੋਚ ਰਹੇ ਸੀ ਕਿ ਉਹ ਕੈਪਟਨ ਨੂੰ ਜਾਂਦੇ ਜਾਂਦੇ ਵਿਸ਼ ਕਰਨਗੇ ਜਾਂ ਨਮਸਕਾਰ ਕਰਕੇ ਜਾਣਗੇ, ਪਰ ਉਹਨਾਂ ਨੇ ਉਹਨਾਂ ਦੇ ਮੋਹਰੇ ਜਾ ਕੇ ਬਿਲਕੁਲ ਉਹ ਇੱਕ ਬੈਟਿੰਗ ਵਾਲਾ ਸ਼ਾਟ ਖੇਡਿਆ ਤੇ ਉਸ ਤੋਂ ਅੱਗੇ ਜਾ ਕੇ ਜਿਹੜੇ ਕੁਝ ਹੋਰ 2 ਸੀਨੀਅਰ ਲੀਡਰ ਬੈਠੇ ਸੀ ਉਹਨਾਂ ਨੇ ਮੱਥਾ ਵੀ ਟੇਕਿਆ। ਭੱਠਲ ਸਾਹਿਬ ਵੀ ਸੀ, ਲਾਲ ਸਿੰਘ ਸੀ ਜਾਂ ਉੱਥੇ ਕੁਝ ਹੋਰ ਲੋਕ ਸੀ, ਉਹਨਾਂ ਨੇ ਨਮਨ ਕਰਕੇ ਫਿਰ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਤੇ ਉਸ ਦੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਅਸੀਂ ਰੌਂ ਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਦੇਖੀਏ ਤੇ ਉਹ ਉਸੇ ਹੀ ਰੁੱਖ ਦੇ ਵਿੱਚ ਨਜ਼ਰ ਆਏ। ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਕਿਸੇ ਦੇ ਵਿਰੋਧ ਦਾ ਫਰਕ ਨਹੀਂ ਪੈਂਦਾ, ਮੇਰੀ ਚਮੜੀ ਬਹੁਤ ਮੋਟੀ ਆ। ਹੁਣ ਇਹਦਾ ਤੁਸੀਂ ਜਿੰਨਾ ਮਰਜ਼ੀ ਵਿਸ਼ਲੇਸ਼ਣ ਕਰੀ ਜਾਓ ਕਿ ਉਹਨਾਂ ਨੇ ਇਹ ਗਲਤ ਕਿਹਾ ਕਿ ਠੀਕ ਕਿਹਾ, ਪਰ ਉਹ ਇਸ ਗੱਲ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜੇਤੂ ਦੱਸਿਆ ਕਿ ਮੈਂ ਪਾਰਟੀ ਪ੍ਰਧਾਨ ਬਣ ਗਿਆ ਤੇ ਹੁਣ ਮੈਂ ਪਾਰਟੀ ਨੂੰ ਚਲਾਵਾਂਗਾ। ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਰੁੱਖ ਸੀ ਉਹ ਕੁਝ ਨਰਮ ਨਜ਼ਰ ਆਇਆ, ਪਰ ਐਟੀਟਿਊਡ ਜਿਹੜਾ ਆ ਉਹਨਾਂ ਨੇ ਵੀ ਇੱਕ ਖਾਸ ਤਰ੍ਹਾਂ ਦਾ ਦਿਖਾਇਆ। ਸਾਰਾ ਪੰਜਾਬ ਜਾਂ ਸਾਰੇ ਲੀਡਰ ਜਾਂ ਸਾਰੇ ਹੀ ਲੋਕ, ਜਿੰਨੇ ਵੀ ਲੋਕ ਨਵਜੋਤ ਸਿੰਘ ਸਿੱਧੂ ਨੂੰ ਜਾਣਦੇ ਨੇ, ਨਵਜੋਤ ਨਾਂ ਨਾਲ ਕੋਈ ਨਹੀਂ ਜਾਣਦਾ, ਸਿੱਧੂ ਹੀ ਕਹਿੰਦੇ ਨੇ ਜਾਂ ਸਿੱਧੂ ਸਾਹਿਬ ਕਹਿੰਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਕਹਿ ਲੈਂਦੇ ਨੇ, ਪਰ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਉਹਨੂੰ ਨਵਜੋਤ ਕਹਿ ਕੇ ਸੰਬੋਧਨ ਕੀਤਾ। ਫਿਰ ਉਹਨਾਂ ਨੇ ਕੁਝ ਇਹ ਗੱਲਾਂ ਵੀ ਦੱਸੀਆਂ ਕਿ ਮੈਂ ਤੇਰੇ ਤੋਂ ਉਮਰ ਦੇ ਵਿੱਚ ਬਹੁਤ ਵੱਡਾ ਆ, ਤਜਰਬੇ 'ਚ ਬਹੁਤ ਵੱਡਾ। ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਇਹਦਾ ਨਵਜੋਤ ਦਾ ਜਨਮ ਹੋਇਆ ਸੀ ਉਦੋਂ ਮੈਂ ਕਿਸੇ ਫਰੰਟ ਦੇ ਉੱਤੇ ਸੀ ਆਰਮੀ ਦੇ ਵਿੱਚ, ਤੇ ਫਿਰ ਜਦੋਂ ਮੈਂ ਰਿਟਾਇਰ ਹੋ ਕੇ ਆਇਆ ਤੇ ਸਿੱਧੂ ਸਾਹਿਬ ਦੇ ਫਾਦਰ ਤੇ ਮੇਰੇ ਮਦਰ ਦੋਨੋਂ ਹੀ DCC ਜਿਹੜੀ ਡਿਸਟ੍ਰਿਕਟ ਕਾਂਗਰਸ ਕਮੇਟੀ ਸੀ ਉਹਦੇ 'ਚ ਪ੍ਰਧਾਨ ਤੇ ਚੇਅਰਮੈਨ ਸੀ। ਫਿਰ ਉਹਨਾਂ ਨੇ ਦੱਸਿਆ ਸੀ ਕਿ ਉਦੋਂ ਇੱਕੋ ਹੀ ਚੇਅਰਮੈਨ ਹੁੰਦਾ ਸੀ ਤੇ ਇਹਦੇ ਫਾਦਰ ਸੀ, ਤੇ ਉਹਨਾਂ ਨੇ ਦੱਸਿਆ ਬਾਅਦ ਵਿੱਚ ਕਿ ਮੇਰੇ ਮਦਰ ਫਿਰ ਲੋਕ ਸਭਾ ਮੈਂਬਰ ਬਣ ਗਏ ਤੇ ਮੈਂ ਉਸ ਪਾਰਟੀ ਦੇ ਵਿੱਚ ਆਇਆ। ਤੇ ਉਹਨਾਂ ਦਾ ਕੁੱਲ ਮਿਲਾ ਕੇ ਕਹਿਣ ਦਾ ਮਸਲਾ ਇਹ ਸੀਗਾ ਕਿ ਮੈਂ ਤੇਰੇ ਤੋਂ ਵੱਡਾ ਆ, ਜੇ ਮੇਰੀ ਹੁਣ ਜਿਹੜੀ ਉਮਰ ਆ ਉਹ ਦੂਜੇ ਪਾਸੇ ਨੂੰ ਜਾ ਰਹੀ ਆ, ਮੈਂ ਪਾਰਟੀ 'ਚੋਂ ਬਾਹਰ ਵੀ ਜਾਣਾ ਤੇ ਤੈਨੂੰ ਮੇਰੇ ਨਾਲ ਮਿਲ ਕੇ ਚੱਲਣਾ ਚਾਹੀਦਾ। ਉਹਨਾਂ ਨੇ ਇਹ ਵੀ ਗੱਲ ਆਪਣੇ ਭਾਸ਼ਣ ਦੇ ਵਿੱਚ ਆਪਣੇ ਅੰਦਾਜ਼ ਦੇ ਨਾਲ ਇਹ ਗੱਲ ਕਹੀ। ਭਾਸ਼ਣ ਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਤੌਰ ਤੇ ਕਹੀ ਕਿ ਅਸੀਂ ਮਿਲ ਕੇ ਚੱਲਾਂਗੇ। ਹੋਰ ਇਹ ਗੱਲ ਉਹ ਤੋਂ ਲੱਗਦਾ ਇੱਦਾਂ ਕਿ ਜਿਹੜਾ ਇਹ ਟਰਮ ਆ ਇਹੀ ਕੈਪਟਨ ਦੀ ਟਰਮ ਹੋਊਗੀ, ਅਗਲੇ ਟਰਮ ਦੇ ਵਿੱਚ ਸ਼ਾਇਦ ਉਹ ਮੁੱਖ ਮੰਤਰੀ ਨਾ ਬਣਨ। ਇਹ ਮੇਰੀ ਆਪਣੀ ਅੰਦਾਜ਼ਾ ਆ, ਹੋ ਸਕਦਾ ਇੱਦਾਂ ਨਾ ਹੋਵੇ। ਤੇ ਜੇ ਦੂਸਰੀ ਗੱਲ ਇਹ ਆ ਕਿ ਜੇ ਇਹ ਦੋਨੋਂ ਹੀ ਧਿਰਾਂ ਕਾਂਗਰਸ ਦੇ ਵਿੱਚ ਇੱਕ ਗੁੱਟਬੰਦੀ ਨੂੰ ਨਾ ਬਣਾ ਕੇ ਜੇ ਸਾਂਝੇ ਹੋ ਕੇ ਚੱਲਣ, ਚੋਣਾਂ ਜਿੱਤਣੀਆਂ ਨਹੀਂ ਜਿੱਤਣੀਆਂ, ਲੋਕਾਂ ਦੇ ਮਸਲੇ ਹੱਲ ਕਰਨੇ ਆ, ਕਿੰਨੇ ਕਰਨੇ ਆ, ਉਹ ਇਹਨਾਂ ਦੀ ਸਮਝ ਦੇ ਉੱਤੇ ਡਿਪੈਂਡ ਕਰਦਾ। ਪਰ ਬਹੁਤ ਸਾਰੇ ਮਸਲੇ ਨੇ ਜੇ ਲੀਡਰ ਚਾਹਣ, ਜੇ ਰਾਜ ਜਿਹੜੇ ਸਰਕਾਰ ਆ ਉਹ ਚਾਹੇ, ਤੇ ਬਹੁਤ ਸੌਖਿਆਂ ਜਿਹੜੇ ਆ ਉਹ ਹੱਲ ਕੀਤੇ ਜਾ ਸਕਦੇ ਨੇ। ਤੇ ਸ਼ਰਮਾ ਜੀ ਵਿੱਚੋਂ ਟੋਕ ਰਹੀਆਂ, ਜਾਖੜ ਹੋਰਾਂ ਨੇ ਵੀ ਆਪਣੇ ਬਿਆਨ 'ਚ ਉਸ ਸੰਬੋਧਨ ਦੌਰਾਨ ਆਪਣੇ ਦੁੱਖ ਨੂੰ ਜ਼ਾਹਿਰ ਕੀਤਾ। ਕਿਹੜੇ ਸ਼ਬਦ ਉਹਨਾਂ ਨੇ ਆਖੇ ਇਸ ਬਾਰੇ 'ਚ? ਬਿਲਕੁਲ, ਉਹਨਾਂ ਨੇ ਅਫਸਰਸ਼ਾਹੀ ਦੇ ਉੱਤੇ ਆਪਣਾ ਜਿਹੜਾ ਦੁੱਖ ਜ਼ਾਹਿਰ ਕੀਤਾ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਰੇੜਕਾ ਸੀਗਾ ਸਿੱਧੂ ਦਾ ਤੇ ਕੈਪਟਨ ਦਾ, ਤੇ ਬਲੀ ਲਈ ਗਈ ਜਾਖੜ ਸਾਹਿਬ ਦੀ ਪ੍ਰਧਾਨਗੀ ਉਹਨਾਂ ਦੀ ਗਈ। ਹਾਲਾਂਕਿ ਉਹ ਬਹੁਤ ਵਿਨਮਰ ਲੀਡਰ ਨੇ, ਬਹੁਤ ਚੰਗੇ ਲੀਡਰ ਨੇ। ਉਹਨਾਂ ਨੇ ਵੀ ਆਪਣੀ ਗੱਲ ਇਸੇ ਤੰਜ਼ ਦੇ ਉੱਤੇ ਰੱਖੀ ਕਿ ਸਰਕਾਰ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਸੀ। ਅਤੁਲ ਨੰਦਾ ਵਾਲਾ ਕੇਸ ਸੀਗਾ ਇੱਕ ਵਾਰ ਕਿ ਉਹਨਾਂ ਨੇ ਕੁਝ ਕੇਸ ਹਾਰੇ ਸੀ ਤੇ ਜਾਖੜ ਸਾਹਿਬ ਨੇ ਬਹੁਤ
ਤਲਖੀ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਇਸ ਗੱਲ ਨੂੰ ਉਠਾ ਲਿਆ ਸੀ, ਪਰ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ ਸੀ ਤੇ ਉਹਨਾਂ ਨੇ ਮੀਟਿੰਗ ਛੱਡੀ ਸੀ। ਬਹੁਤ ਕੁਝ ਸਰਕਾਰ ਦੇ ਵਿੱਚ ਹੁੰਦਾ ਰਿਹਾ। ਜਿੰਨੀ ਕੋਸ਼ਿਸ਼ ਹੁਣ ਕੈਪਟਨ ਸਾਹਿਬ ਕਰ ਰਹੇ ਨੇ ਸਾਰੇ ਵਿਧਾਇਕਾਂ ਨੂੰ ਨਾਲ ਲੈਣ ਦੀ, ਗੱਲਾਂ ਕਰਨ ਦੀ ਤੇ ਮੁੱਦਿਆਂ ਨੂੰ ਹੱਲ ਕਰਨ ਦੀ, ਜੇ ਪਹਿਲੇ ਦਿਨ ਤੋਂ ਕੀਤੀ ਹੁੰਦੀ ਤੇ ਰਿਜ਼ਲਟ ਕੁਝ ਹੋਰ ਹੋਣੇ ਸੀ, ਨਤੀਜੇ ਕੁਝ ਹੋਰ ਹੋਣੇ ਸੀ ਤੇ ਸਰਕਾਰ ਕਿਸੇ ਹੋਰ ਪਾਸੇ ਵੱਲ ਨੂੰ ਜਾ ਰਹੀ ਹੋਣੀ ਸੀ। ਜੀ ਤੇ ਸ਼ਰਮਾ ਜੀ, ਆਪਾਂ ਇਸ ਪ੍ਰੋਗਰਾਮ ਨੂੰ ਅਗਲੇ ਮੁੱਦੇ ਵੱਲ ਲਿਜਾਵਾਂਗੇ, ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤਪਾਲ ਜੀ, ਗੱਲ ਪੰਜਾਬ ਦੀ ਕਰ ਰਹੇ ਸੀ ਤੇ ਪੰਜਾਬ ਦੇ ਮੰਤਰੀ ਤਾਂ ਖੁਸ਼ ਨੇ ਪਰ ਮੁਲਾਜ਼ਮ ਖੁਸ਼ ਨਹੀਂ ਹੈ ਜੀ। 6ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਡਾਕਟਰ ਹੜਤਾਲ ਦਿੱਤੇ ਨੇ ਤੇ ਸਿਹਤ ਮੰਤਰੀ ਕੀ ਕਹਿ ਰਹੇ ਨੇ ਉਹਨਾਂ ਬਾਰੇ? ਦੇਖੋ, ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਜਿਹੜਾ ਪੇ ਕਮਿਸ਼ਨ ਆ ਉਹਦੀ ਮੁਲਾਜ਼ਮ ਬੜੇ ਲੰਬੇ ਸਮੇਂ ਤੋਂ ਉਡੀਕ ਕਰਦੇ ਆ ਤੇ 2016 ਤੋਂ ਸ਼ਾਇਦ ਇਹ ਪੈਂਡਿੰਗ ਸੀ ਤੇ ਹੁਣ ਲਾਗੂ ਹੋਇਆ, ਪਰ ਉਹਦੇ ਵਿੱਚ ਜਿੰਨੀਆਂ ਕੁ ਘੁੰਡੀਆਂ ਇਸ ਸਰਕਾਰ ਨੇ ਖੋਲੀਆਂ ਤੇ ਜਿੰਨੀਆਂ ਕੁ ਨਵੀਆਂ ਪਾਈਆਂ, ਉਹਦੇ ਨਾਲ ਬਹੁਤ ਸਾਰੇ ਮੁਲਾਜ਼ਮ ਵਰਗ ਜਿਹੜੇ ਨੇ ਇਸ ਪੇ ਕਮਿਸ਼ਨ ਤੋਂ ਔਖੇ ਨੇ। ਡਾਕਟਰਸ ਬਹੁਤ ਦਿਨਾਂ ਤੋਂ, ਮੇਰਾ ਖਿਆਲ 11-12 ਜੁਲਾਈ ਤੋਂ ਹੀ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ, ਵਿਰੋਧ ਪ੍ਰਦਰਸ਼ਨ ਕਰਦੇ ਨੇ। OPD ਤੇ ਬੰਦ ਨੇ, ਐਮਰਜੈਂਸੀ ਸੇਵਾਵਾਂ ਸਿਰਫ ਉਹਨਾਂ ਨੇ ਚਾਲੂ ਰੱਖੀਆਂ ਹੋਈਆਂ ਨੇ ਤੇ ਬਹੁਤ ਦਿਨਾਂ ਤੋਂ ਪ੍ਰਦਰਸ਼ਨ ਤੇ ਨੇ। ਕੱਲ ਵੀ ਚੰਡੀਗੜ੍ਹ 'ਚ ਸਾਰੇ ਪੰਜਾਬ ਤੋਂ ਡਾਕਟਰ ਜਿਹੜੇ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਸੀ ਤੇ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਗੱਲ ਤਾਂ ਬਿਲਕੁਲ ਠੀਕ ਹੈ, ਕਿਉਂਕਿ ਕੋਵਿਡ ਦੇ ਦੌਰਾਨ ਡਾਕਟਰਸ ਨੇ ਬਹੁਤ ਚੰਗਾ ਕੰਮ ਕੀਤਾ ਤੇ ਡਾਕਟਰ ਹਮੇਸ਼ਾ ਹੀ ਚੰਗਾ ਕੰਮ ਕਰਦੇ ਨੇ। ਮੈਂ ਇਹ ਗੱਲ ਕਹਿਣਾ ਕਿ ਚਾਹੇ ਡਾਕਟਰ ਨੇ, ਚਾਹੇ ਕੋਈ ਵੀ ਸਰਕਾਰੀ ਮੁਲਾਜ਼ਮ ਹੈ, ਉਹਦੀ ਤੁਸੀਂ ਜਿਹੜੀ ਆ ਉਹਦੀ ਕੋਈ ਉਹਦੇ ਲਈ ਕ੍ਰਾਈਟੇਰੀਆ ਸੈੱਟ ਕਰ ਦਿਓ, ਉਹਦੇ ਕੰਮ ਨੂੰ ਮੁਲਾਂਕਣ ਕਰਨ ਲਈ ਜਾਂ ਉਹਦੇ ਲਈ ਕੋਈ ਸੁਪਰਵਿਜ਼ਨ ਸੈੱਟ ਕਰ ਦਿਓ, ਪਰ ਉਹਨਾਂ ਦੀ ਜਿਹੜੀ ਇਕਨੋਮਿਕ ਸਥਿਤੀ ਆ, ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਆ, ਉਹਦੇ 'ਚ ਤੁਸੀਂ ਕੋਈ ਡੈਂਟ ਨਾ ਪਾਓ। ਉਹਨਾਂ ਨੂੰ ਹੈਂਡਸਮ ਸੈਲਰੀਜ਼ ਮਿਲਣੀਆਂ ਚਾਹੀਦੀਆਂ ਤਾਂ ਜੋ ਉਹਨਾਂ ਦਾ ਧਿਆਨ ਉਹਨਾਂ ਦੇ ਕੰਮ ਤੇ ਰਵੇ, ਰਾਦਰ ਦੈਨ ਆਪਣੇ ਘਰ ਦੀਆਂ ਪਿਛਲੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਉਹ ਹੋਰ ਆਸੇ-ਪਾਸੇ ਹੱਥ ਮਾਰਨ। ਪਰ ਕੱਲ ਜਿਹੜੀ ਸਥਿਤੀ ਸੀ, ਉੱਥੇ ਜਦੋਂ ਡਾਕਟਰਸ ਵਿਰੋਧ ਕਰ ਰਹੇ ਸੀ ਤੇ ਬਲਵੀਰ ਸਿੰਘ ਸਿੱਧੂ ਜਿਹੜੇ ਹੈਲਥ ਮਿਨਿਸਟਰ ਨੇ, ਉਹ ਉੱਥੇ ਆਏ, ਉਹਨਾਂ ਤੋਂ ਵਿਰੋਧ ਪੱਤਰ ਲੈਣ ਲਈ, ਮੰਗ ਪੱਤਰ ਜਿਹੜਾ ਉਹ ਦੇ ਰਹੇ ਸੀ। ਹਾਲਾਂਕਿ ਇਹ ਵੀ ਇੱਕ ਜਾਬਤਾ ਆ, ਸਰਕਾਰ ਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈ ਕਿ ਉਹਨਾਂ ਦੀ ਮੰਗਾਂ ਕੀ ਨੇ ਤੇ ਜੇ ਤੁਸੀਂ ਹੱਲ ਕਰਨੀ ਹੈ ਤੇ ਉਹਨਾਂ ਨੂੰ ਹੱਲ ਕਰ ਦਿਓ। ਕਿਉਂ ਉਹਨਾਂ ਨੂੰ ਇੰਨੇ 10-15 ਦਿਨਾਂ ਤੋਂ ਸੜਕਾਂ ਤੇ ਤੁਰੇ ਫਿਰਦੇ ਨੇ? ਇਹ ਤੋਂ ਬਹੁਤ ਦਿਨ ਪਹਿਲਾਂ ਦੇ ਅਧਿਆਪਕ ਜਿਹੜੇ ਨੇ ਕੱਚੇ ਪੱਕੇ ਤੁਰੇ ਫਿਰਦੇ ਨੇ। ਇੱਦਾਂ ਹੀ ਹੋਰ ਬਹੁਤ ਵੱਖ-ਵੱਖ ਜਥੇਬੰਦੀਆਂ ਦੇ, ਵੱਖ-ਵੱਖ ਡਿਪਾਰਟਮੈਂਟਾਂ ਦੇ ਮੁਲਾਜ਼ਮ, ਲੀਡਰ ਸਾਰੇ ਜਿਹੜੇ ਨੇ ਉਹ ਆਪਣਾ ਵਿਰੋਧ ਜਿਹੜਾ ਦਰਸਾ ਰਹੇ ਨੇ। ਪਰ ਸਿੱਧੂ ਸਾਹਿਬ ਨਾਲ ਜਿਹੜੀ ਉੱਥੇ ਬਲਵੀਰ ਸਿੰਘ ਸਿੱਧੂ ਸਾਹਿਬ ਨਾਲ ਜਿਹੜੀ ਗੱਲ ਹੋਈ ਉੱਥੇ, ਜਦੋਂ ਉਹਨਾਂ ਨੂੰ ਮੰਗ ਪੱਤਰ ਦੇ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਜਿਹੜਾ ਮਸਲਾ ਆ ਉਹ 1 ਹਫ਼ਤੇ 'ਚ ਹੱਲ ਕਰ ਦਊਂਗਾ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਛੋਟੇ ਬੱਚੇ ਦੀ ਲੜਾਈ ਵਾਂਗ ਕਿਹਾ ਕਿ ਉਹ ਦੇਖ ਲਓ ਸਾਹਮਣੇ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਹੈ, ਇਹ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ। ਪਰ ਦੇਖੋ, ਇਹ ਬਿਲਕੁਲ ਬੱਚਿਆਂ ਵਾਲੀ ਇੱਕ ਗੱਲ ਹੈ। ਜਿੱਦਾਂ ਨਿਆਣੇ ਕਲਾਸ ਦੇ ਵਿੱਚ ਬੈਠੇ ਲੜਦੇ ਹੁੰਦੇ ਆ ਕਿ ਮੈਂ ਤੇਰੀ ਫੱਟੀ ਨਹੀਂ ਤੋੜੀ ਤੇ ਮੈਂ ਤੇਰੀ ਸ਼ਾਹੀ ਨਹੀਂ ਡੋਲੀ ਤੇ ਮੈਨੂੰ ਭਾਵੇਂ ਸਹੁੰ ਲੱਗੇ। ਤੁਸੀਂ ਮਿਨਿਸਟਰ ਹੋ ਇੱਕ ਸਟੇਟ ਦੇ, ਉਹ ਵੀ ਹੈਲਥ ਵਰਗਾ ਡਿਪਾਰਟਮੈਂਟ ਤੁਹਾਡੇ ਕੋਲ ਆ, ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਕੇ ਸਹੁੰਆਂ ਖਾਣ ਦੀ ਲੋੜ ਪੈਂਦੀ ਆ। ਤੁਸੀਂ ਉਹਨਾਂ ਦੀ ਗੱਲ ਮੰਨ ਲਓ। ਫਿਰ ਵੀ ਉਹਨਾਂ ਤੋਂ ਮੰਗ ਪੱਤਰ ਲੈਣ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ 1 ਹਫ਼ਤੇ ਦਾ ਜਿਹੜਾ ਸਮਾਂ ਦਿਓ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਗਿਣੀਆਂ ਮਿੱਥੀਆਂ ਨੇ, ਸਾਰਾ ਕੁਝ ਤੁਹਾਨੂੰ ਪਤਾ ਆ, ਉਹਨੂੰ 19 ਕਰਨਾ ਆ, 21 ਕਰਨਾ ਆ। 25% NPO ਪਹਿਲਾਂ ਲੈ ਰਹੇ ਸੀ, ਤੁਸੀਂ ਵਧਾਉਣ ਦੀ ਬਜਾਏ ਘਟਾ ਕੇ 20% ਕਰ ਦਿੱਤਾ ਹੈ। ਹੁਣ ਉਹ ਵਿਰੋਧ ਤੇ ਨੇ ਤੇ ਉਹ ਹਾਲੇ ਵੀ ਇਹ ਕਹਿ ਰਹੇ ਨੇ ਕਿ 25 ਦਾ 25 ਕਰ ਦਿਓ, ਘਟਾਓ ਨਾ। ਤੇ ਉਹ ਕੀ ਗੱਲਾਂ ਨੇ ਤੇ ਕਿਹੜੀਆਂ ਇਹ ਸਰਕਾਰਾਂ ਨੇ, ਕਿਹੋ ਜਿਹੇ ਇਹ ਮੰਤਰੀ ਨੇ ਜਿਹੜੇ ਆਪਣੇ ਡਿਪਾਰਟਮੈਂਟ ਦੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦੇ ਨੇ ਤੇ ਇਹਨਾਂ ਦੇ ਡਿਪਾਰਟਮੈਂਟ ਦੇ ਮੁਲਾਜ਼ਮ ਇਹਨਾਂ ਦੀ ਗੱਲ ਨਹੀਂ ਸੁਣਦੇ, ਫਿਰ ਇਹਨਾਂ ਨੂੰ ਸਾਹਮਣੇ ਗੁਰਦੁਆਰਾ ਸਾਹਿਬ ਦੀ ਸਹੁੰ ਖਾਣੀ ਪੈਂਦੀ ਆ। ਬਿਲਕੁਲ ਹਾਸੋਹੀਣੀਆਂ ਗੱਲਾਂ ਨੇ। ਸਰਕਾਰਾਂ ਚਲਾਉਣ ਲਈ ਇਹੋ ਜਿਹੇ ਤਰਕ ਨਹੀਂ ਦੇਣੇ ਚਾਹੀਦੇ। ਚੰਗੇ ਕੰਮ, ਸਹੀ ਫੈਸਲੇ, ਸਹੀ ਨੀਤੀ ਨਾਲ, ਸਹੀ ਨੀਅਤ ਨਾਲ ਸਮੇਂ ਸਿਰ ਲੈਣੇ ਚਾਹੀਦੇ। ਸ਼ਰਮਾ ਜੀ, ਕਈਆਂ ਦੀ ਨੀਅਤ ਤੇ ਨੀਤੀ ਦੋਨੋਂ ਹੀ ਸਾਫ਼ ਨਹੀਂ ਹੈ ਤੇ ਉਹਦੇ ਵਿੱਚ ਪੈਗਸਸ ਦਾ ਮਾਮਲਾ ਇਸ ਵੇਲੇ ਬਹੁਤ ਚਰਚਾ ਦੇ ਵਿੱਚ ਹੈ ਤੇ ਹੋਰ ਕੀ ਖੁਲਾਸੇ ਹੋਏ ਨੇ ਇਹਦੇ 'ਚ? ਇਜ਼ਰਾਈਲ ਦੀ ਇੱਕ ਬਹੁਤ ਵੱਡੀ ਸੌਫਟਵੇਅਰ ਕੰਪਨੀ ਹੈ NSSO ਤੇ ਉਹਦਾ ਇੱਕ ਬਣਾਇਆ ਹੋਇਆ ਸੌਫਟਵੇਅਰ ਆ, ਸਪਾਈਵੇਅਰ ਆ, ਮਾਲਵੇਅਰ ਆ, ਜਿਹੜਾ ਤੁਹਾਡੇ ਫੋਨ ਦੇ ਵਿੱਚ ਉਸ ਕੰਪਨੀ ਵੱਲੋਂ ਕਿਸੇ ਵੇਲੇ ਵੀ ਪਾਇਆ ਜਾ ਸਕਦਾ ਤੇ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਫੋਨ 'ਚੋਂ ਕੱਢ ਨਹੀਂ ਸਕਦੇ, ਲੱਭ ਨਹੀਂ ਸਕਦੇ। ਲੱਭ ਸਕਦੇ ਆ ਤੇ ਫੋਰੈਂਸਿਕ ਜਾਂਚ ਦੇ ਦੌਰਾਨ ਹੀ, ਹੋਰ ਉਹਦਾ ਕੋਈ ਤਰੀਕਾ ਨਹੀਂ। ਪੈਗਾਸਸ ਉਡਣ ਵਾਲੇ ਘੋੜੇ ਨੂੰ ਕਹਿੰਦੇ ਆ। ਬਿਲਕੁਲ ਇੱਕ ਉਡਣ ਵਾਲਾ ਘੋੜਾ ਹੀ ਆ ਜਿਹੜਾ ਤੁਹਾਡੇ ਫੋਨ ਨੂੰ ਕੰਟਰੋਲ ਕਰ ਲੈਂਦਾ ਤੇ ਉਸ ਕੰਪਨੀ ਨੂੰ, ਉਸ ਸਰਵਰ ਤੇ ਸਾਰੀ ਜਾਣਕਾਰੀ ਦਿੰਦਾ ਰਹਿੰਦਾ। ਜਦੋਂ NSSO ਨਾਲ ਗੱਲ ਹੁੰਦੀ ਆ ਤੇ ਉਹ ਇਹ ਕਹਿੰਦੇ ਨੇ ਕਿ ਅਸੀਂ ਇਹ ਜਿਹੜਾ ਯੰਤਰ ਆ, ਇਹ ਜਿਹੜਾ ਸੌਫਟਵੇਅਰ ਆ, ਸਿਰਫ ਸਰਕਾਰਾਂ ਨੂੰ ਵੇਚਦੇ ਹਾਂ। 40 ਤੋਂ 45 ਸਰਕਾਰਾਂ ਦੀਆਂ 60 ਤੋਂ ਜ਼ਿਆਦਾ ਏਜੰਸੀਆਂ ਨੂੰ ਉਹਨਾਂ ਨੇ ਵੇਚਣ ਦੀ ਗੱਲ ਕੀਤੀ ਹੈ। ਉਹਨਾਂ ਦੀ ਵੈਬਸਾਈਟ ਦੇ ਉੱਤੇ ਇਹ ਸਾਰਾ ਕੁਝ ਲਿਖਿਆ ਆ।
ਉਹਨਾਂ ਨੇ ਇੱਕ ਰਿਪੋਰਟ ਵੀ ਉੱਤੇ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਿ ਇਹ ਜਿਹੜਾ ਸੌਫਟਵੇਅਰ ਆ ਅਸੀਂ ਇਸ ਕਰਕੇ ਬਣਾਇਆ ਕਿ ਸਰਕਾਰਾਂ ਇਸ ਸੌਫਟਵੇਅਰ ਦੀ ਮਦਦ ਨਾਲ ਆਤੰਕਵਾਦੀ ਜਾਂ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਉਹਦੇ ਤੇ ਕੰਟਰੋਲ ਰੱਖ ਸਕਣ। ਜੀ ਨਾਲ ਦੀ ਨਾਲ ਉਹਨਾਂ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਲਿਖਿਆ ਕਿ ਸਾਨੂੰ ਸ਼ੱਕ ਆ, ਸਾਨੂੰ ਡਰ ਆ ਇਸ ਗੱਲ ਦਾ ਕਿ ਇਸ ਸਪਾਈਵੇਅਰ ਦੀ ਜਿਹੜੀ ਆ ਦੁਰਵਰਤੋਂ ਹੋ ਸਕਦੀ ਆ। ਜੀ ਜਦੋਂ ਬਣਾਉਣ ਵਾਲੀ ਕੰਪਨੀ ਕਹਿ ਰਹੀ ਆ ਕਿ ਇਹਦੀ ਦੁਰਵਰਤੋਂ ਹੋ ਸਕਦੀ ਹੈ ਤੇ ਜਿਹੜੇ ਵਰਤਣ ਵਾਲੇ ਆ ਉਹ ਕਹਿੰਦੇ ਆ ਨਹੀਂ, ਇਦਾਂ ਦੀ ਗੱਲ ਹੀ ਕੋਈ ਨਹੀਂ। ਜੀ ਫਰਾਂਸ ਦੇ ਰਾਸ਼ਟਰਪਤੀ ਨੇ ਇਹਦੀ ਜਾਂਚ ਦੇ ਆਦੇਸ਼ ਦਿੱਤੇ, ਈਵਨ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਬਦਲ ਲਿਆ। ਜੀ ਹੰਗਰੀ ਨੇ ਵੀ ਜਾਂਚ ਦੇ ਆਦੇਸ਼ ਦਿੱਤੇ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਬਹੁਤ ਸੀਰੀਅਸ ਮੈਟਰ ਹੈ। ਜੀ ਅਮਰੀਕਾ ਤੋਂ ਵੀ ਇਹੋ ਜਿਹੀਆਂ ਖਬਰਾਂ ਆਈਆਂ, ਚੀਨ ਦੇ ਰਾਸ਼ਟਰਪਤੀ ਨੇ ਵੀ ਇਹ ਗੱਲ ਕਹੀ ਕਿ ਇਹ ਜੇ ਇਹੋ ਜਿਹੀ ਕੋਈ ਗੱਲ ਹੈ ਤਾਂ ਇਹ ਬਹੁਤ ਜਿਹੜੀ ਆ ਖਤਰਨਾਕ ਗੱਲ ਆ ਲੋਕਤੰਤਰ ਲਈ ਵੀ ਤੇ ਸਰਕਾਰਾਂ ਲਈ ਵੀ, ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਗਲਤ ਰੁਖ ਦੇ ਵਿੱਚ ਸਾਹਮਣੇ ਆ ਸਕਦੀਆਂ। ਜੀ ਇਜ਼ਰਾਈਲ ਦੇ ਵਿਦੇਸ਼ ਮੰਤਰਾਲਿਆ ਨੇ ਆਪ ਇਹਦੇ ਲਈ ਇੱਕ ਜਾਂਚ ਆਯੋਗ ਦਾ ਗਠਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪ੍ਰੋਪਰ ਜਾਂਚ ਕਰਾਂਗੇ ਕਿ ਜਿਹੜੀ ਸਾਡੀ ਇਹ ਕੰਪਨੀ ਆ ਇਹ ਠੀਕ ਵੇਚ ਰਹੀ ਆ, ਜੇ ਠੀਕ ਵੇਚ ਰਹੀ ਆ ਕੀ ਇਹਨੇ ਕੋਲ ਜਿਹੜਾ ਡਾਟਾਬੇਸ ਆਉਂਦਾ ਉਹਨੂੰ ਇਹ ਕਿੱਥੇ ਕਿੱਥੇ ਭੇਜ ਰਹੀ ਆ, ਕਿਹਨੂੰ ਦਿਖਾ ਰਹੀ ਆ। ਜੀ ਤੇ ਨਾਲ ਦੀ ਨਾਲ ਇਹ ਬਿਲਕੁਲ ਸਪਸ਼ਟ ਉਹਨਾਂ ਨੇ ਕੀਤਾ NSO ਉਸ ਕੰਪਨੀ ਨੇ ਕਿ ਅਸੀਂ ਜਿਹਦੇ ਨਾਲ ਵੀ ਡੀਲ ਕਰਦੇ ਆ ਸਾਡੀ ਉਹ ਸਰਕਾਰ ਨੂੰ ਸਾਫ਼-ਸਾਫ਼ ਪਤਾ ਹੁੰਦਾ ਤੇ ਵਿਦੇਸ਼ ਮੰਤਰਾਲਿਆ ਤੋਂ ਤੇ ਜਿਹੜਾ ਤੁਹਾਡਾ ਸਿਕਿਉਰਿਟੀ ਮਿਨਿਸਟਰੀ ਆ, ਡਿਫੈਂਸ ਮਿਨਿਸਟਰੀ ਆ, ਉਹਦੇ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਜਿਹੜੀਆਂ ਡੀਲਸ ਹੁੰਦੀਆਂ। ਤੇ ਉਹਦੇ 'ਚ ਨਵੇਂ ਖੁਲਾਸਿਆਂ ਦੀ ਜਦੋਂ ਤੁਸੀਂ ਗੱਲ ਕਰਦੇ ਆ ਤੇ ਹੁਣ ਗੱਲ ਇਹ ਸਾਹਮਣੇ ਆਈ ਆ ਕਿ ਭਾਰਤ ਸਰਕਾਰ ਨੇ ਤੇ ਕੋਈ ਪਾਸਾ ਛੱਡਿਆ ਨਹੀਂ ਜਿੱਥੇ ਇਸ ਸਪਾਈਵੇਅਰ ਦੀ ਵਰਤੋਂ ਨਹੀਂ ਹੋਈ। ਜੀ ਰਫੇਲ ਜਾਂਚ ਦੀ ਬੜਾ ਰੌਲਾ ਪੈ ਰਿਹਾ ਤੇ ਰਫੇਲ ਡੀਲ ਜਦੋਂ ਹੁੰਦੀ ਆ 17-18 ਦੇ ਵਿੱਚ, ਉਦੋਂ ਇਸ ਡੀਲ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਸ਼ਾਮਲ ਹੁੰਦੀ ਆ। ਹਿੰਦੁਸਤਾਨ ਐਰੋਨੌਟਿਕ ਲਿਮਟਿਡ ਜਿਹੜੀ ਸਰਕਾਰੀ ਸੰਸਥਾ ਸੀ ਉਹਨੂੰ ਛੱਡ ਕੇ ਜਦੋਂ ਅਨਿਲ ਅੰਬਾਨੀ ਦੀ ਕੰਪਨੀ ਸ਼ਾਮਲ ਹੁੰਦੀ ਆ ਤੇ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਕਹਿਣਾ ਪਿਆ ਕਿ ਮੇਰੇ ਤੇ ਦਬਾਅ ਸੀ ਤੇ ਭਾਰਤ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਸ਼ਾਮਲ ਕਰਨਾ ਪਿਆ। ਜੀ ਉਹਦੀ ਜਾਂਚ ਉੱਥੇ ਚੱਲ ਰਹੀ ਆ। ਭਾਰਤ ਦੀ ਸੁਪਰੀਮ ਕੋਰਟ ਨੇ ਇਸ ਜਾਂਚ ਨੂੰ ਨਹੀਂ ਮੰਨਿਆ ਤੇ ਭਾਰਤ ਦੀ ਸਰਕਾਰ ਨੇ ਵੀ ਇਸ ਜਾਂਚ ਨੂੰ ਨਕਾਰ ਦਿੱਤਾ। ਤੇ ਹੁਣ ਇਹ ਗੱਲ ਸਾਹਮਣੇ ਆਈ ਆ ਕਿ ਉਸ ਕੰਪਨੀ ਦੇ ਮੁਖੀ ਜਿਹੜੇ ਰਿਲਾਇੰਸ ਦੇ ਦੂਜੀ ਫਰਮ ਆ, ਦੂਜੇ ਭਾਈ ਸਾਹਿਬ ਨੇ ਅਨਿਲ ਅੰਬਾਨੀ, ਉਹਨਾਂ ਦਾ ਨਾਮ ਵੀ ਉਸ ਲਿਸਟ ਦੇ ਵਿੱਚ ਸ਼ਾਮਲ ਆ। ਦੇਖੋ ਇਹ ਜਿਹੜੀ ਡਾਟਾ ਲੀਕ ਹੋਇਆ ਇਹਦੇ 'ਚ ਦੁਨੀਆ ਦੀਆਂ 17-18 ਵੱਡੀਆਂ ਅਖਬਾਰਾਂ ਤੇ 60 ਤੋਂ ਜ਼ਿਆਦਾ ਵਧੀਆ ਪੱਤਰਕਾਰਾਂ ਨੇ ਇਹ ਜਿਹੜੀ ਜਾਂਚ ਆ ਉਹ ਸਾਹਮਣੇ ਲੈ ਕੇ ਆਂਦੀ ਹੈ। ਐਮਨੈਸਟੀ ਇੰਟਰਨੈਸ਼ਨਲ ਆ, ਫਰਾਂਸ ਦੀ ਜਿਹੜੀ ਆ ਮੀਡੀਆ ਬਰਨ ਆ ਤੇ ਹੋਰ ਬਹੁਤ ਸਾਰੀਆਂ ਇਹਦੇ 'ਚ ਗਾਰਜੀਅਨ ਆ ਤੇ ਨਿਊਯਾਰਕ ਟਾਈਮ ਆ, ਹੋਰ ਵੱਡੀਆਂ ਜਿਹੜੇ ਅਖਬਾਰੀ ਅਦਾਰੇ ਨੇ ਜਿਨ੍ਹਾਂ ਦਾ ਲੋਹਾ ਮੰਨਿਆ ਜਾਂਦਾ, ਜਿਨ੍ਹਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਰੀਜ਼ਨੇਬਲ ਆ। ਪਰ ਹੁਣ ਅਨਿਲ ਅੰਬਾਨੀ ਦਾ ਫੋਨ ਲੈ ਕੇ ਫੋਰੈਂਸਿਕ ਜਾਂਚ ਨੂੰ ਭੇਜਣਾ ਸਾਡੇ ਤੁਹਾਡੇ ਗੱਲ ਦੀ ਵੱਸ ਦੀ ਤਾਂ ਗੱਲ ਨਹੀਂ। ਪਰ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ, ਇੱਕ ਗੱਲ ਤੇ ਸਾਹਮਣੇ ਆਉਂਦੀ ਹੈ ਨਾ ਵੀ ਜਿਹੜੇ ਨਾਮ ਜਿਨ੍ਹਾਂ ਦੇ ਨੰਬਰ ਉੱਥੇ ਲਿਸਟ 'ਚ ਹੈਗੇ ਨੇ ਉਹ ਫਿਰ ਕਿਉਂ ਨੇ? ਜੇ ਤੁਸੀਂ ਉਹਨਾਂ ਨੰਬਰਾਂ ਦੀ ਜਾਂਚ ਨਹੀਂ ਕੀਤੀ, ਜੇ ਤੁਸੀਂ ਉਹਨਾਂ ਦੇ ਉੱਤੇ ਸਪਾਈਵੇਅਰ ਨਹੀਂ ਪਾਇਆ ਤੇ ਫਿਰ ਉਹ ਨੰਬਰ ਕੀ ਕਰਨੇ ਨੇ? ਤੁਸੀਂ ਉਹਨਾਂ ਨੂੰ ਕੋਈ ਗੁੱਡ ਮਾਰਨਿੰਗ ਦੇ ਮੈਸੇਜ ਭੇਜਣੇ ਸੀ। NSO ਨੇ ਭਾਰਤ ਦੇ ਚੋਣ ਕਮਿਸ਼ਨ ਨੂੰ, ਭਾਰਤ ਦੇ ਚੀਫ ਜਸਟਿਸ ਦੇ ਸਟਾਫ ਮੈਂਬਰਾਂ ਨੂੰ, ਅਨਿਲ ਅੰਬਾਨੀ ਨੂੰ, ਰਾਹੁਲ ਗਾਂਧੀ ਦੇ ਗਰੁੱਪ ਦੇ ਮੈਂਬਰਾਂ ਨੂੰ, ਉਹਨਾਂ ਨੂੰ NSO ਨੇ ਕੋਈ ਦੀਵਾਲੀ ਦੇ ਜਾਂ ਦੁਸਹਿਰੇ ਦੇ ਸੁਨੇਹੇ ਤਾਂ ਭੇਜਣੇ ਨਹੀਂ ਸੀ ਜਿਹੜਾ ਉਹਨਾਂ ਦੇ ਨੰਬਰ ਉਹਨਾਂ ਨੇ ਲਿਸਟ 'ਚ ਪਾ ਕੇ ਰੱਖੇ ਸੀ। ਤੇ ਜੇ ਬਣਾਉਣ ਵਾਲੀ ਕੰਪਨੀ, ਵਰਤਣ ਵਾਲੇ ਦੇਸ਼ ਇਸ ਜਾਂਚ ਲਈ ਤਿਆਰ ਨੇ ਤੇ ਭਾਰਤ ਸਰਕਾਰ ਕਹਿ ਰਹੀ ਆ ਕਿ ਬਿਲਕੁਲ ਇਸ ਜਾਂਚ ਦੀ ਕੋਈ ਲੋੜ ਨਹੀਂ, ਇਹ ਬਿਲਕੁਲ ਬੇਮਤਲਬ ਦੀ ਚੀਜ਼ ਆ। ਤੇ ਗ੍ਰਹਿ ਮੰਤਰੀ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਦੇਸ਼ ਨੂੰ ਢਾਹ ਲਾਉਣ ਵਾਲੀ ਗੱਲ ਆ। ਦੇਸ਼ ਵਿਰੋਧੀ ਅਨਸਰ ਇਹ ਕੰਮ ਕਰ ਰਹੇ ਨੇ। ਉਹ ਭਲੇ ਉਹ ਲੋਕੋ ਕਿਸੇ ਪਲੇਟਫਾਰਮ ਤੇ ਬੈਠ ਕੇ ਮਨ ਕੀ ਬਾਤ ਕਰੀ ਜਾਂਦੇ ਆ, ਦੱਸੋ ਤਾਂ ਸਹੀ ਦੇਸ਼ ਵਿਰੋਧੀ ਕੌਣ ਆ? ਜਿਹੜੀ ਕੰਪਨੀ ਨੇ ਵੇਚਿਆ ਉਹ ਕਹਿੰਦੇ ਅਸੀਂ ਸਰਕਾਰ ਨੂੰ ਵੇਚਦੇ ਆ ਤੇ ਤੁਸੀਂ ਵਰਤਦੇ ਆ ਤੇ ਤੁਸੀਂ ਇਹ ਦੱਸਦੇ ਨਹੀਂ ਕਿ ਅਸੀਂ ਖਰੀਦਿਆ ਕਿ ਨਹੀਂ ਖਰੀਦਿਆ। 2018 ਚ ਰਵੀ ਸ਼ੰਕਰ ਪ੍ਰਸਾਦ ਨੂੰ ਲੋਕ ਸਭਾ ਦੇ ਵਿੱਚ ਦਿਗਵਿਜੇ ਸਿੰਘ ਕਾਂਗਰਸ ਤੋਂ MP ਉਹ ਪੁੱਛਦੇ ਆ ਵੀ ਦਸਤਾ ਦਿਓ ਤੁਸੀਂ ਪੈਗਾਸਸ ਖਰੀਦਿਆ ਕਿ ਨਹੀਂ ਖਰੀਦਿਆ? ਨਾ ਹਾਂ ਚ ਜਵਾਬ ਦਿੰਦੇ ਆ, ਨਾ ਚ ਜਵਾਬ ਦਿੰਦੇ ਆ। BJP ਤੋਂ ਮੰਤਰੀ ਬਣੀ ਆ ਮੈਡਮ ਮੀਨਾਕਸ਼ੀ ਲੇਖੀ, ਉਹਨਾਂ ਨੇ ਕੱਲ ਦੱਸਿਆ ਇਹ ਗੱਲ ਇੱਕ ਆਪਣੇ ਬਿਆਨ ਦੇ ਵਿੱਚ ਕਿ ਅਸੀਂ ਲੈਫਟਿਸਟ ਦੇ ਉੱਤੇ ਤੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਆ ਉਹਨਾਂ ਦੇ ਉੱਤੇ ਜਦੋਂ ਜੇ ਤੁਸੀਂ ਜਾਂਚ ਕਰਨੀ ਆ ਤਾਂ ਅਸੀਂ ਤੁਹਾਨੂੰ ਥੋੜੀ ਦੱਸਾਂਗੇ ਕਿ ਇਹ ਸੌਫਟਵੇਅਰ ਕਿਹੜਾ ਆ। ਇਹ ਲੈਫਟਿਸਟ ਨੂੰ ਵੀ ਦੇਸ਼ ਵਿਰੋਧੀ ਤਾਕਤ ਦੱਸਦੇ ਨੇ ਤੇ ਫਿਰ ਕੇਰਲ ਦੀ ਸਰਕਾਰ ਹੈ, ਕੇਰਲ ਦੇ ਵਿੱਚ ਸਰਕਾਰ ਹੈ ਲੈਫਟ ਦੀ, ਫਿਰ ਉਹਨੂੰ ਉਹ ਦੇਸ਼ ਵਿਰੋਧੀ ਕਿੱਦਾਂ ਹੋਈ? ਜੇ ਤੁਸੀਂ ਰਾਈਟਿਸਟ ਹੋ, ਤੁਸੀਂ ਪੋਲਿਟਿਕਸ ਦੇ ਵਿੱਚ ਇੱਕ ਵਿੰਗ ਹੋ, ਤੁਹਾਡਾ ਇੱਕ ਰਸਤਾ ਵੱਖਰਾ ਦੂਸਰਾ ਆ, ਤੁਹਾਡੇ ਤੋਂ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਦੂਸਰਾ ਰਸਤਾ ਅਖਤਿਆਰ ਕਰਦੀਆਂ ਨੇ। ਤੁਸੀਂ ਕਿੱਦਾਂ ਕਹਿ ਸਕਦੇ ਆ ਕਿ ਉਹਨਾਂ ਤੋਂ ਅਸੀਂ ਜਿਹੜਾ ਆ ਲੈਫਟਿਸਟ ਨੂੰ ਤੁਸੀਂ ਆਤੰਕਵਾਦ ਨਾਲ ਕਿੱਦਾਂ ਜੋੜ ਸਕਦੇ ਜੇ ਦੇਸ਼ ਵਿਰੋਧੀ? ਬਾਕੀ ਅਸੀਂ ਆ ਤਾਂ ਦੇਸ਼ ਭਗਤ ਆ, ਬਾਕੀ ਜਿਹੜਾ ਵਿਰੋਧ ਚ ਗੱਲ ਕਰਦਾ ਹੈ ਉਹ ਦੇਸ਼ ਵਿਰੋਧੀ। ਬਿਲਕੁਲ, ਇਹ ਜਿਹੜੀ ਇੱਕ ਕਰਕਸ ਆ ਕਿ ਇਹ BJP ਦੀ ਜਿਹੜੀ ਇੱਕ ਹਾਰਡ ਲਾਈਨਰ ਵਨ ਲਾਈਨਰ ਆ ਕਿ ਜੋ BJP ਕਹਿ ਰਹੀ ਆ, ਜੋ BJP ਦੀ ਲਾਈਨ ਕਹਿ ਰਹੀ ਆ ਉਹ ਠੀਕ ਆ ਤੇ ਜੋ ਕੁਝ ਬਾਕੀ ਦੂਜੇ ਬੰਦੇ ਕਹਿ ਰਹੇ ਨੇ ਉਹਨਾਂ ਦੇ ਉੱਤੇ ਫਿਰ ਸਾਡੇ ਕੋਲ ਬਹੁਤ ਸਾਰੇ ਕਾਨੂੰਨ ਨੇ ਵਰਤਣ ਲਈ।
ਬਹੁਤ ਸਾਰੇ ਡਰਾਉਣ ਦੇ ਤਰੀਕੇ ਨੇ, ਈਡੀ ਨੇ, ਐਨਫੋਰਸਮੈਂਟ ਨੇ, ਤੇ ਹੁਣ ਇੱਕ ਪੈਗਾਸਸ ਨਾਂ ਦੀ ਇੱਕ ਨਵੀਂ ਕਹਾਣੀ ਹੈ। ਫਿਰ ਇਹਨਾਂ ਨੇ ਕੱਲ ਮੈਡਮ ਲੇਖੀ ਨੇ ਕਿਹਾ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਜਿਹੜੀ ਉਹ ਰਿਪੋਰਟ ਛਾਪੀ ਆ ਉਹ ਠੀਕ ਨਹੀਂ ਹੈਗੀ, ਤੇ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਸਾਡੀ ਤੇ ਉਹ ਰਿਪੋਰਟ ਹੀ ਨਹੀਂ ਹੈਗੀ। ਤੇ ਉਹਦੇ ਅੱਧੇ ਘੰਟੇ ਬਾਅਦ ਹੀ ਐਮਨੈਸਟੀ ਇੰਟਰਨੈਸ਼ਨਲ ਦਾ ਬਿਆਨ ਆ ਜਾਂਦਾ ਕਿ ਅਸੀਂ ਜਿਹੜੇ ਆਪਣੇ ਅੰਕੜੇ ਦਿੱਤੇ ਨੇ, ਜਿਹੜੇ ਨੰਬਰ ਦੀ ਲਿਸਟ ਦਿੱਤੀ ਆ, ਉਹ ਕੋਈ ਯੈਲੋ ਪੇਜ ਨਹੀਂ ਹੈਗਾ, ਉਹ ਮੈਡਮ ਲੇਖੀ ਨੂੰ ਗਲਤੀ ਲੱਗੀ ਆ, ਅਸੀਂ ਬਿਲਕੁਲ ਉਹਦਾ ਖੰਡਨ ਨਹੀਂ ਕਰਦੇ, ਅਸੀਂ ਉਹਨਾਂ ਫੈਕਟਸ ਦੇ ਉੱਤੇ ਬਿਲਕੁਲ ਸਾਫ਼-ਸਾਫ਼ ਖੜੇ ਆ, ਉਹ ਸਾਰਾ ਕੁਝ ਜਿਹੜਾ ਉਹ ਠੀਕ ਆ। ਫਿਰ ਉਹਨਾਂ ਨੇ WhatsApp ਦੀ ਗੱਲ ਕੀਤੀ ਕਿ WhatsApp ਨੇ ਕਿਹਾ ਆ ਸੀਗਾ ਕਿ ਇਹ ਜਿਹੜਾ ਪੈਗਾਸਸ ਆ ਇਹਦੇ 'ਚ ਕੁਝ ਨਹੀਂ ਹੈਗਾ, ਕੋਈ ਰੌਲਾ ਨਹੀਂ ਆ। ਤੇ ਜਦੋਂ ਫਿਰ WhatsApp ਦੇ ਅਸੀਂ ਪੁਰਾਣੇ ਅੰਕੜੇ ਜਾਂ ਉਹ ਖਬਰਾਂ ਦੇਖਦੇ ਹਾਂ ਤੇ WhatsApp 2 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਪੈਗਾਸਸ ਦੇ ਉੱਤੇ, NSS ਦੇ ਉੱਤੇ ਇੱਕ ਕੋਰਟ ਕੇਸ ਕੀਤਾ ਹੋਇਆ ਕਿ ਤੁਸੀਂ ਸਾਡਾ ਜਿਹੜਾ ਡੇਟਾ ਆ ਉਹ ਚੋਰੀ ਕਰ ਰਹੇ ਆ। ਸੋ ਪੈਗਾਸਸ ਇੱਕ ਨਵਾਂ ਵਿਵਾਦ ਆ। ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਾਸੂਸੀ ਜਿਹੜੀ ਆ ਹਰ ਸਰਕਾਰ ਕਰਦੀ ਆ, ਪਰ ਉਹ ਜਾਸੂਸੀ ਫੇਲ ਹੋ ਜਾਂਦੀ ਆ ਜਿਹੜੀ ਫੜੀ ਜਾਵੇ। ਤੇ ਸੱਚ ਬੋਲਣ ਦੀ ਹਿੰਮਤ ਹੋਣੀ ਚਾਹੀਦੀ ਆ ਤੇ ਮੰਨਣਾ ਪਵੇਗਾ ਕਿ ਤੁਸੀਂ ਇੱਕ ਗਲਤ ਕੀਤਾ ਆ ਤੇ ਉਹਨੂੰ ਤੁਸੀਂ ਸਵੀਕਾਰ ਕਰੋ, ਨਹੀਂ ਤੇ ਲੋਕ ਫਿਰ ਸਵੀਕਾਰ ਕਰਨਗੇ ਕਿ ਤੁਸੀਂ ਜਿਹੜਾ ਇੱਕ ਲੋਕਤੰਤਰ ਆ ਉਹਦਾ ਮਜ਼ਾਕ ਬਣਾ ਰਹੇ ਆ। ਦੇਖੋ, ਸੁਪਰੀਮ ਕੋਰਟ, ਇਲੈਕਸ਼ਨ ਕਮਿਸ਼ਨ, ਪੱਤਰਕਾਰ, ਅਖਬਾਰੀ ਅਦਾਰੇ, ਜਿਹੜੇ ਬੰਦੇ ਤੁਹਾਡੇ ਕਿਸੇ ਲੀਡਰ ਦੇ ਉੱਤੇ ਜਾਂ ਕਿਸੇ ਸੰਵਿਧਾਨਕ ਅਹੁਦੇ ਤੇ ਬੈਠੇ ਬੰਦੇ ਦੇ ਉੱਤੇ ਯੌਨ ਸ਼ੋਸ਼ਣ ਦਾ ਆਰੋਪ ਲਾ ਰਹੇ ਨੇ, ਉਹ ਲੋਕ CBI ਦੇ ਡਾਇਰੈਕਟਰ ਪਤਾ ਨਹੀਂ ਕਿਹਦੇ ਫੋਨ ਇਹਨਾਂ ਨੇ ਟੈਪ ਕੀਤੇ ਹੋਏ ਨੇ ਤੇ ਕਿਹਦੀ ਜਾਣਕਾਰੀ ਇਹਨਾਂ ਨੇ ਇਕੱਠੀ ਕੀਤੀ ਆ, ਪਰ ਜਿਹੜਾ ਇਹਨਾਂ ਦਾ ਅੜੀਅਲ ਰਵੱਈਆ ਆ ਉਹ ਉਸੇ ਗੱਲ ਤੇ ਆ ਕਿ ਅਸੀਂ ਜਾਂਚ ਨਹੀਂ ਕਰਨੀ ਕਿਉਂਕਿ ਇਹ ਦੇਸ਼ ਵਿਰੋਧੀ ਆ। ਦੇਸ਼ ਵਿਰੋਧੀ ਕੋਈ ਨਹੀਂ ਆ, ਦੇਸ਼ ਵਿਰੋਧੀ ਤੁਹਾਡੀ ਆਪਣੀ ਗੱਲ ਆ, ਕਿਉਂਕਿ ਤੁਸੀਂ ਸਾਰੇ ਦੇਸ਼ ਨੂੰ ਇੱਕ ਪਾਰਟਿਕੂਲਰ ਲਾਈਨ ਤੇ ਚਲਾਉਣਾ ਚਾਹੁੰਦੇ ਆ। ਪਰ ਭਾਰਤ ਦੀ ਵਿਸ਼ੇਸ਼ਤਾ ਜਿਹੜੀ ਆ ਉਹ ਬਹੁਤ ਡਾਈਵਰਸੀਫਿਕੇਸ਼ਨ ਦੇ ਵਿੱਚ ਆ, ਯੂਨਿਟੀ ਉਹਦੇ 'ਚ ਉਹਦਾ ਇੱਕ ਸੂਤਰ ਆ, ਯੂਨਿਟੀ ਇੱਕ ਧਾਗਾ ਆ ਜਿਹਦੇ 'ਚ ਅਸੀਂ ਸਾਰੇ ਮੋਤੀਆਂ ਨੂੰ ਪਰੋ ਕੇ ਰੱਖਣਾ ਆ। ਸਾਰੇ ਮੋਤੀਆਂ ਤੇ ਤੁਸੀਂ ਇੱਕੋ ਹੀ ਰੰਗ ਬਣ ਦੋਗੇ ਜਾਂ ਮੋਤੀ ਤੁਸੀਂ ਰਹਿਣੇ ਨਹੀਂ ਦੇਣਾ, ਸਿਰਫ ਧਾਗਾ ਹੀ ਰੱਖਣਾ ਹੈ, ਫਿਰ ਉਹ ਹਿੰਦੁਸਤਾਨ ਲਈ ਠੀਕ ਨਹੀਂ ਹੈ। ਤੇ ਸ਼ਰਮਾ ਜੀ, ਮੁੱਦੇ ਤਾਂ ਹੋਰ ਵੀ ਨੇ ਜਿਹੜੇ ਵਿਚਾਰਨੇ ਨੇ, ਪਰ ਇਸ ਵੇਲੇ ਪ੍ਰੋਗਰਾਮ ਦਾ ਸਮਾਂ ਖਤਮ ਹੈ। ਤੁਸੀਂ ਸਟੂਡੀਓ 'ਚ ਆਏ, ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ ਨਾਲ ਜੁੜਨ ਲਈ। ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।